ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਸਵਾਰਿਓ, ਅੱਜ ਦੀ ਇਸ ਗੁਰਮਤਿ ਕਲਾਸ ਵਿੱਚ ਆਪ ਸਾਰਿਆਂ ਨੂੰ ਜੀ ਆਇਆਂ। ਅਸੀਂ ਸਿੱਖ ਰਹਿਤ ਮਰਿਆਦਾ ਦੀ ਲੜੀਵਾਰ ਵਿਚਾਰ ਕਰ ਰਹੇ ਹਾਂ। ਸਖਸ਼ੀ ਰਹਿਣੀ ਦੇ ਸਿਰਲੇਖ ਹੇਠ ਨਾਮ ਬਾਣੀ ਦਾ ਅਭਿਆਸ, ਉਹਦਾ ਪਹਿਲੂ ਸਾਡਾ ਚੱਲ ਰਿਹਾ ਹੈ। ਉਸ ਵਿੱਚ ਕੱਲ ਅਸੀਂ ਅਰਦਾਸ ਤੱਕ ਇਹਨੂੰ ਕੰਪਲੀਟ ਕਰ ਲਿਆ ਸੀ। ਅੱਜ ਅਸੀਂ ਉਸ ਤੋਂ ਅੱਗੇ ਤੁਰਦੇ ਹਾਂ। ਸਿੱਖ ਰਹਿਤ ਮਰਿਆਦਾ ਦੇ ਜਿਹੜੇ ਵਿਚਾਰ ਹੈ ਅਸੀਂ ਅੱਗੇ ਲੈ ਕੇ ਚੱਲਦੇ ਹਾਂ। ਅੱਜ ਦਾ ਸਿਰਲੇਖ ਗੁਰਦੁਆਰਾ ਹੈ, ਗੁਰਦੁਆਰੇ। ਜੇ ਅਸੀਂ ਇਸ ਸਿਰਲੇਖ ਨੂੰ ਦੇਖਦੇ ਹਾਂ, ਇਸ ਸਿਰਲੇਖ ਦੇ ਹੇਠ ਥੋੜਾ ਜਿਹਾ ਵਿਚਾਰ ਕਰਕੇ ਦੇਖੀਏ ਤਾਂ ਇਹਦੇ 'ਚ ਕਾਫੀ ਜ਼ਿਆਦਾ ਵਿਆਖਿਆ ਜਿਹੜੀ ਗੁਰਦੁਆਰੇ ਦੀ ਕੀਤੀ ਹੋਈ ਹੈ। ਇਹਦੀ ਜੇ ਅੰਦਰਲੀ ਤਰਤੀਬ ਰਹਿਤ ਮਰਿਆਦਾ ਦੀ ਦੇਖੀਏ ਤਾਂ ਸਖਸ਼ੀ ਰਹਿਣੀ ਦੇ ਨਾਮ ਬਾਣੀ ਦੇ ਅਭਿਆਸ ਦੀ ਅਧਿਆਇ ਦੀ ਧਾਰਾ 4 ਜਿਹੜੀ ਹੈ, ਉੱਥੇ 4 ਲਿਖਿਆ ਸਾਧ ਸੰਗਤ ਵਿੱਚ ਜੁੜ ਕੇ ਗੁਰਬਾਣੀ ਦਾ ਅਭਿਆਸ। ਇਹਦਾ 8 ਸਿਰਲੇਖ ਹਨ ਤੇ ਅੱਗੇ ਉਹਨਾਂ ਵਿੱਚੋਂ ਗੁਰਦੁਆਰਾ ਪਹਿਲਾ ਸਿਰਲੇਖ ਹੈ। ਗੁਰਦੁਆਰਾ ਸਿਰਲੇਖ ਹੇਠ 19 ਅੱਗੇ ਮਦਾਹਾਂ ਦੀਆਂ 19 ਅੱਗੇ ਵਿਆਖਿਆ ਕੀਤੀਆਂ ਗਈਆਂ ਹਨ। ਗੁਰਦੁਆਰਾ ਸਿਰਲੇਖ ਦੇ ਹੇਠ 19 ਨਿਯਮ ਜਿਹੜੇ ਹਨ ਗੁਰਦੁਆਰੇ ਦੇ ਇਸ ਸਿੱਖ ਰਹਿਤ ਮਰਿਆਦਾ ਵਿੱਚ ਦਿੱਤੇ ਗਏ ਹਨ। ਅਸੀਂ ਉਹਨਾਂ ਨਿਯਮਾਂ ਮੁਤਾਬਕ ਹੀ ਅੱਗੇ ਪੜ੍ਹਦੇ ਜਾਂਦੇ ਹਾਂ। ਜਿਹੜੀ ਗੱਲ ਸਮਝਣ ਵਾਲੀ ਹੋਏਗੀ ਉਹਨੂੰ ਅਸੀਂ ਵਿਚਾਰ ਕਰ ਲਾਂਗੇ। ਗੁਰਬਾਣੀ ਦਾ ਅਸਰ ਸਾਧ ਸੰਗਤ ਵਿੱਚ ਬੈਠਿਆਂ ਵਧੇਰੇ ਹੁੰਦਾ ਹੈ। ਇਸ ਲਈ ਉਚਿਤ ਹੈ ਕਿ ਸਿੱਖ ਸੰਗਤਾਂ ਦੇ ਜੋੜ ਮੇਲੇ ਦੇ ਅਸਥਾਨਾਂ ਗੁਰਦੁਆਰਿਆਂ ਦੇ ਦਰਸ਼ਨ ਕੇ ਸਿੱਖ ਸੰਗਤਾਂ ਦੇ ਜੋੜ ਮੇਲ ਦੇ ਅਸਥਾਨਾਂ ਗੁਰਦੁਆਰਿਆਂ ਦੇ ਦਰਸ਼ਨ ਕਰੇ ਤੇ ਸਾਧ ਸੰਗਤ ਵਿੱਚ ਬੈਠ ਕੇ ਗੁਰਬਾਣੀ ਤੋਂ ਲਾਭ ਉਠਾਏ। ਇੱਥੇ ਗੱਲ ਜਿਹੜੀ ਸਪਸ਼ਟ ਕੀਤੀ ਗਈ ਹੈ ਬੜੀ ਸੌਖੀ ਹੈ। ਅੰਮ੍ਰਿਤ ਵੇਲੇ ਦੇ ਨਿਤਨੇਮ ਤੇ ਮਗਰੋਂ ਸਿੱਖ ਨੂੰ ਆਦੇਸ਼ ਹੈ ਕਿ ਉਹ ਗੁਰਦੁਆਰੇ ਜਾਵੇ, ਸਤ ਸੰਗਤ ਵਿੱਚ ਬੈਠ ਕੇ ਹਰੀ ਜਸ ਗਾਇਨ ਕਰੇ, ਹਰੀ ਜਸ ਸੁਣੇ। ਸੰਗਤ ਵਿੱਚ ਬੈਠ ਕੇ ਅਕਾਲ ਪੁਰਖ ਦੇ ਗੁਣਾ ਗਾਉਣ ਦੀ ਮਰਿਆਦਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਹੀ ਬੰਨ੍ਹ ਦਿੱਤੀ ਸੀ। ਆਪਣੇ ਪ੍ਰਚਾਰਕ ਦੌਰਿਆਂ ਦੇ ਉੱਤੇ ਸਤਿਗੁਰੂ ਜੀ ਥਾਂ ਥਾਂ ਤੇ ਜਾਂਦੇ, ਧਰਮਸ਼ਾਲਾ ਜਿਹੜੀਆਂ ਸੰਗਤਾਂ ਕਾਇਮ ਕਰਦੇ। ਇਹਨਾਂ ਧਰਮਸ਼ਾਲਾ ਵਿੱਚ ਗੁਰਸਿੱਖ ਪ੍ਰਭੂ ਦੇ ਗੁਣ ਗਾਇਨ ਕਰਦੇ, ਸਿੱਖ ਭਾਈਚਾਰੇ ਦੀਆਂ ਸਮਾਜਿਕ ਤੇ ਸਿਆਸੀ ਆਰਥਿਕ ਔਕੜਾਂ ਦਾ ਹੱਲ ਲੱਭਦੇ। ਸੰਗਤ ਨੇ ਸਿੱਖਾਂ ਅੰਦਰ ਭਰਾਤਰੀ ਗੁਣਾ, ਬ੍ਰਦਰਹੁੱਡ ਜਿਹਨੂੰ ਅਸੀਂ ਕਹਿੰਦੇ ਹਾਂ, ਉਹ ਭਾਵਨਾ ਪੈਦਾ ਕਰਨੀ ਹੈ। ਉਹ ਆਪਸੀ ਪਿਆਰ ਦੀ ਭਾਵਨਾ। ਜਿੱਥੇ ਇੱਕ ਨਿਰੰਕਾਰ ਨਾਲ ਜੁੜਨ ਦੀ ਗੱਲ ਹੈ, ਉੱਥੇ ਆਪਸੀ ਪਿਆਰ, ਦੁੱਖ ਸੁੱਖ ਦੇ ਭਾਈਵਾਲ, ਇਹ ਸਿੱਖ ਇਹ ਸੰਗਤ ਦਾ ਇੱਕ ਉਦੇਸ਼ ਹੈ। ਸੰਗਤ ਇਸ ਦੀ ਗੱਲ ਦੀ ਵੀ ਪ੍ਰਤੀਕ ਹੈ ਕਿ ਸਿੱਖ ਧਰਮ ਸਖਸ਼ੀ ਧਰਮ ਨਹੀਂ, ਇਸ ਕੇਵਲ ਸਖਸ਼ੀ ਤੱਕ ਸੀਮਿਤ ਨਹੀਂ ਹੈ। ਇਹ ਸਮਾਜਿਕ ਜਾਂ ਸਮੂਹਕ ਧਰਮ ਵੀ ਹੈ, ਸੋਸ਼ਲ ਵੀ ਹੈ। ਸਿੱਖ ਇਕੱਲਾ ਇੰਡੀਵਿਜੂਅਲ ਆਪਣੇ ਤੱਕ ਹੀ ਸੀਮਿਤ ਨਹੀਂ ਹੈ। ਤਾਂ ਸੰਗਤ ਦਾ ਇਹ ਮਹਾਨਤਾ ਜਿਹੜੀ ਹੈ ਇਹ ਦੱਸੀ ਗਈ ਹੈ। ਤੇ ਗੁਰਬਾਣੀ ਵਿੱਚ ਅਸੀਂ ਦੇਖ ਲੈਂਦੇ ਹਾਂ ਵਿੱਚ ਸੰਗਤ ਹਰ ਪ੍ਰਵਰਤਾ ਬੂਝੋ ਸ਼ਬਦ ਵਿਚਾਰ। ਇਹ ਕਾਨੜੇ ਦੀ ਵਾਰ ਵਿੱਚ ਸਤਿਗੁਰੂ ਗੁਰੂ ਰਾਮਦਾਸ ਜੀ ਦਾ ਬਚਨ ਆਉਂਦਾ ਹੈ। ਅਸੀਂ ਇਹ ਵੀ ਪੜ੍ਹਦੇ ਹਾਂ, ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿੰਨ ਧੁਰ ਮਸਤਕ ਲਿਖਿਆ ਲਿਖਾਸ,
ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ। ਇਹ ਰਹਿਰਾਸ ਸਾਹਿਬ ਦੀ ਬਾਣੀ 'ਚ ਅਸੀਂ ਰੋਜ਼ ਪੜ੍ਹਦੇ ਹਾਂ। ਤੋ ਸੰਗਤ ਦੀ ਮਹਾਨਤਾ ਜਿਹੜੀ ਹੈ ਉਹ ਦੱਸੀ ਗਈ ਹੈ। ਇੱਥੇ ਸਿਰਫ ਇੱਕ ਮੈਂ ਭਾਈ ਗੁਰਦਾਸ ਜੀ ਦੇ ਕਵਿਤ ਦਾ ਹਵਾਲਾ ਦੇ ਕੇ ਅੱਗੇ ਨੂੰ ਆਪਾਂ ਚੱਲ ਪਾਂਗੇ। ਭਾਈ ਸਾਹਿਬ ਭਾਈ ਗੁਰਦਾਸ ਜੀ ਆਪਣੇ ਕਵਿਤ ਜਿਹੜਾ ਹਨ ਉਹਦੇ 537 ਨੰਬਰ ਇੱਕ ਕਵਿਤ ਵਿੱਚ ਬੜਾ ਵਧੀਆ ਉਦਾਹਰਨ ਦਿੰਦੇ ਨੇ ਸੰਗਤ ਦੀ ਵਡਿਆਈ ਕਰਦੇ ਹੋਏ। ਕਹਿੰਦੇ ਨੇ ਜਿਵੇਂ ਧੋਣ ਤੋਂ ਬਿਨਾਂ ਕੱਪੜੇ ਦੀ ਮੈਲ ਦੂਰ ਨਹੀਂ ਹੁੰਦੀ, ਜਿਵੇਂ ਤੇਲ ਬਿਨਾਂ ਕੇਸ ਸਾਫ਼ ਨਹੀਂ ਹੁੰਦੇ, ਜਿਵੇਂ ਸਾਫ਼ ਕੀਤੇ ਬਿਨਾਂ ਸ਼ੀਸ਼ਾ ਕਿਸੇ ਕੰਮ ਦਾ ਨਹੀਂ ਹੁੰਦਾ, ਜਿਹਦੇ ਚੋਂ ਮੂੰਹ ਹੀ ਸਿੱਧਾ ਨਾ ਦਿਸੇ, ਜਿਵੇਂ ਬਾਰਿਸ਼ ਤੋਂ ਬਿਨਾਂ ਖੇਤੀ ਨਹੀਂ ਫਲਦੀ, ਜਿਵੇਂ ਦੀਵੇ ਤੋਂ ਬਿਨਾਂ ਹਨੇਰਾ ਹੀ ਰਹਿੰਦਾ ਹੈ, ਜਿਵੇਂ ਲੂਣ ਤੇ ਘਿਓ ਤੋਂ ਬਿਨਾਂ ਭੋਜਨ ਦਾ ਸਵਾਦ ਹੀ ਨਹੀਂ ਹੁੰਦਾ, ਇਸ ਤਰ੍ਹਾਂ ਸਾਧ ਸੰਗਤ ਤੋਂ ਬਿਨਾਂ ਨਾ ਤਾਂ ਜਨਮ ਮਰਨ ਦਾ ਦੁੱਖ ਕੱਟਦਾ ਹੈ ਤੇ ਨਾ ਹੀ ਤੇ ਡਰ ਤੇ ਭਰਮ ਦੂਰ ਹੁੰਦੇ ਹਨ। ਜੈਸੇ ਜਲ ਧੋਏ ਬਿਨ ਅੰਬਰ ਮਲੀਨ ਹੋਤ, ਬਿਨ ਤੇਲ ਮੈਲੇ ਜੈਸੇ ਕੇਸ ਹੂੰ ਭਿਆਨ ਹੈ, ਜੈਸੇ ਬਿਨ ਮਾਂਜੇ ਦਰਪਨ ਜੋਤਹੀਨ ਹੋਤ। ਫਿਰ ਇਹਦੇ ਚ ਅੱਗੇ ਜਾ ਕੇ ਲਿਖਦੇ ਹਨ, ਜੈਸੇ ਬਿਨ ਦੀਪਕ ਭਵਨ ਅੰਧਕਾਰ ਹੋਤ, ਲੋਨੋ ਘ੍ਰਿਤ ਬਿਨ ਜੈਸੇ ਭੋਜਨ ਸਮਾਨ ਹੈ, ਤੈਸੇ ਬਿਨ ਸਾਧ ਸੰਗਤ ਜਨਮ ਮਰਨ ਦੁੱਖ, ਮਿਟਤ ਨਾ ਭੈ ਭਰਮ ਬਿਨ ਗੁਰ ਗਿਆਨ ਹੈ। ਇਹ ਭਾਈ ਗੁਰਦਾਸ ਜੀ ਨੇ ਵੀ ਬੜਾ ਕਮਾਲ ਦਾ ਇੱਕ ਉਦਾਹਰਨ ਸਾਡੇ ਸਾਹਮਣੇ ਰੱਖੀ ਹੈ ਕਿ ਸੰਗਤ ਵਿੱਚ ਜਾਣਾ ਕਿਉਂ ਜ਼ਰੂਰੀ ਹੈ। ਇਸ ਤੋਂ ਅੱਗੇ ਗੁਰਦੁਆਰਿਆਂ ਦੇ ਦਰਸ਼ਨ ਤੇ ਸਾਧ ਸੰਗਤ ਵਿੱਚ ਬੈਠ ਕੇ ਗੁਰਬਾਣੀ ਦਾ ਪਾਠ ਹੁੰਦਾ ਹੈ। ਗੁਰਦੁਆਰੇ ਸਾਡੇ ਕੇਂਦਰੀ ਸਥਾਨ ਹਨ। ਗੁਰੂ ਘਰ ਸਾਡੇ ਗੁਰਦੁਆਰਾ ਸਾਹਿਬ ਜਿਹੜੇ ਹਨ, ਇਹਨਾਂ ਦਾ ਦਰਸ਼ਨ ਕਰਨੇ, ਕੇਵਲ ਦਰਸ਼ਨ ਹੀ ਨਹੀਂ ਕਰਨੇ, ਇਹਨਾਂ ਦੇ ਇਤਿਹਾਸ ਤੋਂ ਸਿੱਖਿਆ ਲੈਣੀ। ਕਿਉਂ ਜਾਣਾ ਸਿੱਖਣੇ ਗੁਰਦੁਆਰੇ? ਜਿਹੜੇ ਸਾਡੇ, ਜੇ ਅਸੀਂ ਅਨੰਦਪੁਰ ਜਾਂਦੇ ਹਾਂ, ਅਨੰਦਪੁਰ ਸਾਹਿਬ ਦੇ ਵਾਸੀ ਹਾਂ, ਸਾਨੂੰ ਪਤਾ ਹੋਣਾ ਚਾਹੀਦਾ ਕਿ ਅਨੰਦਪੁਰ ਸਾਹਿਬ ਦਾ ਇਤਿਹਾਸ ਕੀ ਹੈ। ਜੇ ਅਸੀਂ ਦਰਬਾਰ ਸਾਹਿਬ ਜਾਂਦੇ ਹਾਂ ਤਾਂ ਸਾਨੂੰ ਉਹ ਸਾਰਾ ਪਿਛੋਕੜ ਸਾਡੇ ਦਿਮਾਗ ਵਿੱਚ ਘੁੰਮ ਜਾਣਾ ਚਾਹੀਦਾ ਹੈ। ਦਰਬਾਰ ਸਾਹਿਬ ਦਾ ਹਿਸਟਰੀ ਕੀ ਹੈ, ਇਹ ਚੀਜ਼ਾਂ ਸਾਨੂੰ ਸਿੱਖਣ ਲਈ ਅਸੀਂ ਜਾਂਦੇ ਹਾਂ, ਨਾ ਕਿ ਅਸੀਂ ਕੇਵਲ ਕਰਮ ਕਾਂਡ ਕਰਨ ਲਈ ਜਾਂ ਮਕੈਨੀਕਲ ਰੈਪੂਟੇਸ਼ਨ ਲਈ ਜਾਂ ਕੇਵਲ ਦੱਸਣ ਲਈ, ਜਾਂ ਇਹ ਕਹਿ ਲਈਏ ਮੱਥਾ ਹੀ ਟੇਕਣਾ ਹੈ। ਤਾਂ ਮੱਥਾ ਤਾਂ ਅਸੀਂ ਕਿਤੇ ਵੀ ਟੇਕ ਸਕਦੇ ਹਾਂ। ਇਹ ਕੇਂਦਰ ਸਥਾਨਾਂ ਤੋਂ ਸਾਨੂੰ ਅਗਵਾਈ ਲੈਣ ਲਈ ਇਹਨਾਂ ਸਥਾਨਾਂ ਤੇ ਜਾਣ ਦੀ ਲੋੜ ਹੁੰਦੀ ਹੈ। ਐੜਾ ਗੁਰਦੁਆਰੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਿਤਾ ਪ੍ਰਤੀ ਹੋਵੇ, ਬਿਨਾਂ ਖਾਸ ਕਾਰਨ ਦੇ, ਜਦ ਕਿ ਪ੍ਰਕਾਸ਼ ਜਾਰੀ ਰੱਖਣ ਦੀ ਲੋੜ ਹੋਵੇ, ਰਾਤ ਨੂੰ ਪ੍ਰਕਾਸ਼ ਨਾ ਰਹੇ। ਆਮ ਤੌਰ ਤੇ ਰਹਿਰਾਸ ਦੇ ਪਾਠ ਮਗਰੋਂ ਸੁਖਾਸਨ ਕੀਤਾ ਜਾਵੇ। ਜਦ ਤੱਕ ਗ੍ਰੰਥੀ ਜਾਂ ਸੇਵਾਦਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੇਵਾ ਲਈ ਹਾਜ਼ਰ ਰਹਿ ਸਕੇ, ਜਾਂ ਪਾਠੀਆਂ ਦਰਸ਼ਨ ਕਰਨ ਵਾਲਿਆਂ ਦੀ ਆਵਾਜਾਈ ਰਹੇ, ਜਾਂ ਬੇਦਬੀ ਦਾ ਖਤਰਾ ਨਾ ਹੋਵੇ, ਤਦ ਤੱਕ ਪ੍ਰਕਾਸ਼ ਉਪਰੰਤ ਸੁਖਾਸਨ ਕਰ ਦੇਣਾ ਹੀ ਉਚਿਤ ਹੈ, ਤਾਂ ਜੋ ਬੇਦਬੀ ਨਾ ਹੋ। ਬੜਾ ਸਪਸ਼ਟ ਹੈ, ਇਹਦੇ ਚ ਕੋਈ ਬਹੁਤੀ ਵਿਆਖਿਆ ਦੀ ਲੋੜ ਵੀ ਨਹੀਂ ਹੈ। ਸਿੱਧਾ ਵੀ ਪ੍ਰਕਾਸ਼ ਉਨੀ ਦੇਰ ਹੋਣਾ ਚਾਹੀਦਾ ਜਦੋਂ ਤੱਕ ਸੰਗਤ ਦੀ ਆਵਾਜਾਈ। ਜੇ ਸੰਗਤ ਦੀ ਆਵਾਜਾਈ ਨਹੀਂ ਹੈ, ਜੇ ਬੇਦਬੀ ਦਾ ਖਤਰਾ ਵੀ ਹੈ, ਤਾਂ ਫਿਰ ਸੁਖਾਸਨ ਹੀ ਕਰ ਦੇਣਾ ਚਾਹੀਦਾ ਹੈ, ਸੰਤੋਖ ਦੇਣਾ ਚਾਹੀਦਾ ਹੈ ਤੇ ਸੇਵਾ ਕਰ ਦੇਣੀ ਚਾਹੀਦੀ ਹੈ। ਜੋ ਵੀ ਅਸੀਂ ਲਫ਼ਜ਼ ਵਰਤ ਲਈਏ, ਇੱਥੇ ਸੁਖਾਸਨ ਲਫ਼ਜ਼ ਵਰਤਿਆ, ਇਹ ਮੈਂ ਉਹੀ ਲਫ਼ਜ਼ ਆਪ ਜੀ ਦੇ ਨਾਲ ਸਾਂਝੇ ਕਰ ਰਿਹਾ ਹਾਂ। ਇਹ ਸਿੱਖ ਰਹਿਤ ਮਰਿਆਦਾ ਦੇ ਜਿਹੜੇ ਅੰਕ ਸਾਡੇ ਕੋਲ ਮਿਲਦੇ ਹਨ ਲੇਟੈਸਟ, ਉਹਦੇ ਵਿੱਚ ਵੀ ਇਸੇ ਤਰ੍ਹਾਂ ਹੀ ਇਹ ਛਪੇ ਹੋਏ ਹਨ। ਇਹਦੇ 'ਚ ਇੱਕ ਤਬਦੀਲੀ ਹੋਈ ਸੀ, ਜਿੱਥੇ ਪਹਿਲਾਂ ਲਿਖਿਆ ਸੀ ਦਰਸ਼ਨੀਕਾਂ ਦੀ ਆਵਾਜਾਈ। ਪਹਿਲੀ ਰਹਿਤ ਮਰਿਆਦਾ ਜੋ 1936 ਦੇ ਵਿੱਚ ਸੀ, ਉਹਦੇ 'ਚ ਲਫ਼ਜ਼ ਆਉਂਦੇ ਸੀ ਦਰਸ਼ਨੀਕਾਂ ਦੀ ਆਵਾਜਾਈ, ਪਰ ਉੱਥੇ ਹੁਣ ਇਹਨਾਂ ਨੇ ਹੁਣ ਜਿਹੜਾ ਉਹ ਤੋਂ ਬਾਅਦ ਚੇਂਜ ਹੋਈ, ਉਹਦਾ ਲਿਖਿਆ ਦਰਸ਼ਨ ਕਰਨ ਵਾਲਿਆਂ ਦੀ ਆਵਾਜਾਈ। ਇੱਕ ਲਫ਼ਜ਼ ਦੀ ਅਦਲਾ ਬਦਲੀ ਉਦੋਂ ਵਿਚਾਰ ਵਟਾਂਦਰਾ ਕਰਕੇ ਉਦੋਂ ਗੁਰੂ ਪੰਥ ਨੇ ਇਹਦੀ ਕਰ ਦਿੱਤੀ ਸੀ। ਹੁਣ ਗੁਰਦੁਆਰੇ 'ਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਦੀ ਮਰਿਆਦਾ ਜਿਹੜੀ ਹੈ, ਇਹ ਸਾਰੀ ਅੰਕਿਤ ਕੀਤੀ ਗਈ ਹੈ। ਇਹਨੂੰ ਆਪਾਂ ਜ਼ਿਆਦਾ ਵਿਆਖਿਆ ਦੀ ਲੋੜ ਨਹੀਂ ਹੈ। ਜੇ ਕੋਈ ਕੁਐਸਚਨ ਹੋਏਗਾ ਤਾਂ ਅਸੀਂ ਬਾਅਦ ਵਿੱਚ ਉਹਦੇ ਤੇ ਵਿਚਾਰ ਕਰ ਲਾਂਗੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਨਮਾਨ ਨਾਲ ਪ੍ਰਕਾਸ਼ਿਆ, ਪੜ੍ਹਿਆ ਤੇ ਸੰਤੋਖਿਆ ਜਾਏ। ਇਹ ਇੱਕ ਬੜਾ ਜ਼ਰੂਰੀ ਹੈ। ਕਈ ਵਾਰੀ ਅਸੀਂ ਇਸ ਤਰ੍ਹਾਂ ਕਰਦੇ ਹਾਂ ਵੀ ਅਸੀਂ ਸੁਖਾਸਨ 'ਚ ਕਰਨ ਲੱਗੇ ਜਾਂ ਪ੍ਰਕਾਸ਼ ਕਰਨ ਲੱਗੇ ਤਾਂ ਹੱਥ ਛੱਡ ਦਿੰਦੇ। ਮੈਨੂੰ ਲੱਗਦਾ ਕਈ ਵਾਰੀ ਸਾਨੂੰ ਇਹਦੇ 'ਚ ਅਸੀਂ ਬੇਦਬੀ ਨੂੰ ਆਪਣੇ ਆਪ ਹੀ ਸੱਦਾ ਦੇ ਰਹੇ। ਤਾਂ ਜ਼ਰੂਰ ਸਤਿਕਾਰ ਦਾ ਕਾਇਮ ਰੱਖਣ ਦੀ ਗੱਲ ਜਿਹੜੀ ਇੱਥੇ ਲਿਖੀ ਹੈ ਉਹ ਹੋਣੀ ਚਾਹੀਦੀ ਹੈ। ਪ੍ਰਕਾਸ਼ ਲਈ ਜ਼ਰੂਰੀ ਹੈ ਕਿ ਸਥਾਨ ਸਾਫ਼ ਸੁਥਰਾ ਹੋਵੇ।
ਹੁਣ ਇੱਥੇ ਬੜੀ ਵਧੀਆ ਗੱਲ ਦਿੱਤੀ ਹੈ ਵੀ ਸਥਾਨ ਦਾ ਵੀ ਸਾਫ਼ ਸੁਥਰਾ ਹੋਣਾ ਚਾਹੀਦਾ ਹੈ। ਨਹੀਂ ਵੀ ਜਿੱਥੇ ਜਗ੍ਹਾ ਕੋਈ ਖੁੱਡ ਜਿਹੀ ਬਚ ਗਈ ਉੱਥੇ ਅਸੀਂ ਕਿਹਾ ਵੀ ਹੁਣ ਗੁਰੂ ਸਾਹਿਬ ਦਾ ਪ੍ਰਕਾਸ਼ ਕਰ ਦਈਏ, ਪੌੜੀ ਦੇ ਥੱਲੇ ਜਗ੍ਹਾ ਬਚ ਗਈ ਸਾਡੀਆਂ, ਸਟੇਅਰਸ ਦੇ ਥੱਲੇ ਥੋੜੀ ਜਿਹੀ ਜਗ੍ਹਾ ਸੀ ਅਸੀਂ ਉੱਥੇ ਪ੍ਰਕਾਸ਼ ਕਰਤਾ, ਨਹੀਂ, ਸਥਾਨ ਜਿਹੜਾ ਹੈ ਸਾਫ਼ ਸੁਥਰਾ ਹੋਣਾ ਚਾਹੀਦਾ ਹੈ। ਉੱਪਰ ਚਾਂਦਨੀ ਹੋਵੇ ਜਿਹਨੂੰ ਅਸੀਂ ਚੰਦੋਆ ਵੀ ਕਹਿੰਦੇ ਆ। ਪ੍ਰਕਾਸ਼ ਮੰਜੀ ਸਾਹਿਬ ਤੇ, ਹੁਣ ਇੱਥੇ ਲਿਖਿਆ ਮੰਜੀ ਸਾਹਿਬ ਤੇ ਪਾਲਕੀ ਦਾ ਕਿਤੇ ਜ਼ਿਕਰ ਨਹੀਂ ਕੀਤਾ। ਮੰਜੀ ਸਾਹਿਬ ਤੇ ਸਾਫ਼ ਸੁਥਰੇ ਵਸਤਰ ਵਿਛਾ ਕੇ ਕੀਤਾ ਜਾਵੇ। ਤਾਂ ਅਸੀਂ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਸਾਨੂੰ ਪ੍ਰਕਾਸ਼ ਮੰਜੀ ਸਾਹਿਬ ਪੀੜਾ ਜਿਹਨੂੰ ਅਸੀਂ ਕਹਿੰਦੇ ਆ ਉਹਦੇ ਤੇ ਹੀ ਕਰਨਾ ਚਾਹੀਦਾ ਤਾਂ ਕਿ ਸੇਵਾ ਬੜੇ ਆਰਾਮ ਨਾਲ ਹੋ ਜਾਏ। ਘਰਾਂ ਦੇ ਵਿੱਚ ਕੀ ਹੁੰਦਾ ਵੀ ਜਦੋਂ ਅਸੀਂ ਪਾਲਕੀ ਰੱਖ ਲੈਂਦੇ ਆ ਤਾਂ ਪਾਲਕੀ ਦੇ ਰੁਮਾਲੇ ਵੀ ਸਿੱਧੇ ਨਹੀਂ ਹੁੰਦੇ ਸਾਡੇ ਕੋਲੋਂ, ਨਾ ਹੀ ਅਸੀਂ ਪੂਰਾ ਸਤਿਕਾਰ ਕਰ ਗੁਰੂ ਸਾਹਿਬ ਦਾ ਕਰ ਸਕਦੇ ਹਾਂ। ਕਈ ਵਾਰ ਗੁਰੂ ਗ੍ਰੰਥ ਸਾਹਿਬ ਦੇ ਅੰਕ ਵੀ ਜਿਹੜੇ ਮੁੜ ਜਾਂਦੇ ਹਨ ਪਾਲਕੀ ਦੇ ਵਿੱਚ ਜਗ੍ਹਾ ਥੋੜੀ ਹੋਣ ਕਰਕੇ। ਇਸ ਕਰਕੇ ਇੱਥੇ ਲਿਖਿਆ ਹੋਇਆ ਪ੍ਰਕਾਸ਼ ਮੰਜੀ ਸਾਹਿਬ ਤੇ ਸਾਫ਼ ਸੁਥਰੇ ਵਸਤਰ ਵਿਛਾ ਕੇ ਕੀਤਾ ਜਾਏ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਭਾਲ ਕੇ ਪ੍ਰਕਾਸ਼ਨ ਲਈ ਗਦੇਲੇ ਅਤੇ ਸਮਿਆਨ ਵਰਤੇ ਜਾਣ ਅਤੇ ਉੱਪਰ ਲਈ ਰੁਮਾਲ ਹੋਵੇ। ਜਦ ਪਾਠ ਨਾ ਹੁੰਦਾ ਹੋਵੇ ਤਾਂ ਉੱਤੇ ਰੁਮਾਲ ਪਿਆ ਰਹੇ। ਪ੍ਰਕਾਸ਼ ਵੇਲੇ ਚੌਰ ਵੀ ਚਾਹੀਏ। ਤੇ ਸੌਖੀ ਜੀ ਸਰਲ ਵਿਧੀ ਅਸੀਂ ਕਰਦੇ ਹਾਂ, ਆਪ ਵੀ ਪ੍ਰਕਾਸ਼ ਕਰਦੇ ਹਾਂ। ਇਹਦੇ ਚ ਕੋਈ ਜੇ ਅਸੀਂ ਆਪ ਪ੍ਰਕਾਸ਼ ਕਰਨ ਵਿੱਚ ਕੋਈ ਕਮੀ ਵਰਤਦੇ ਹਾਂ ਤਾਂ ਸਾਨੂੰ ਸੋਚ ਸੁਧਾਈ ਆਪ ਹੀ ਕਰ ਲੈਣੀ ਚਾਹੀਦੀ ਹੈ। ਇਹਦੇ ਚ ਕੋਈ ਖਾਸ ਗੱਲ ਹੋਰ ਨਹੀਂ ਮੈਂਸ਼ਨ ਕਰਨ ਵਾਲੀ। ਅੱਗੇ ਉੱਪਰ ਦੱਸੇ ਸਮਾਨ ਤੋਂ ਇਲਾਵਾ, ਹੁਣ ਇਹ ਜਿਹੜਾ ਅੰਕ ਹੈ ਇਹ ਜ਼ਰੂਰੀ ਹੈ। ਉੱਪਰ ਦੱਸੇ ਸਮਾਨ ਤੋਂ ਇਲਾਵਾ ਧੂਪ ਜਾਂ ਦੀਵੇ ਮਚਾ ਕੇ ਆਰਤੀ ਕਰਨਾ, ਭੋਗ ਲਾਉਣਾ, ਜੋਤਾਂ ਜਗਾਉਣੀਆਂ, ਟਲ ਖੜਕਾਉਣੇ, ਇਹ ਕਰਮ ਗੁਰਮਤ ਅਨੁਸਾਰ ਨਹੀਂ। ਫਿਰ ਦੁਬਾਰਾ ਰਿਪੀਟ ਕਰਦੇ ਹਾਂ, ਧੂਪ ਜਾਂ ਦੀਵੇ ਮਚਾ ਕੇ ਆਰਤੀ ਕਰਨਾ, ਭੋਗ ਲਾਉਣਾ, ਜੋਤਾਂ ਜਗਾਉਣੀਆਂ, ਟਲ ਖੜਕਾਉਣੇ, ਇਹ ਕਰਮ ਗੁਰਮਤ ਅਨੁਸਾਰ ਨਹੀਂ। ਹਾਂ, ਸਥਾਨ ਨੂੰ ਸੁਗੰਧਿਤ ਕਰਨ ਲਈ ਫੁੱਲ, ਧੂਪ ਆਦਿ ਸੁਗੰਧੀਆਂ ਵਰਤਣੀਆਂ ਵਿਵਰਜਿਤ ਨਹੀਂ ਹਨ। ਕਮਰੇ ਅੰਦਰ ਰੋਸ਼ਨੀ ਲਈ ਤੇਲ, ਘੀ ਜਾਂ ਮੋਮਬੱਤੀ, ਬਿਜਲੀ ਲੈਂਪ ਆਦਿ ਜਗਾ ਲੈਣੇ ਚਾਹੀਦੇ ਹਨ। ਇਹ ਮੱਧ ਬੜੀ ਇੰਪੋਰਟੈਂਟ ਹੈ। ਜਿਹੜੀ ਮੱਧ ਦੀ ਵਿਚਾਰ ਸਪਸ਼ਟ ਹੁੰਦੀ ਹੈ ਵੀ ਆਰਤੀ ਜਿਹੜੀ ਹੈ ਗੁਰੂ ਨਾਨਕ ਪਾਤਸ਼ਾਹ ਨੇ, ਅਸੀਂ ਪੜ੍ਹਦੇ ਹਾਂ, ਗਗਨ ਮੈਂ ਥਾਲ ਰਾਜ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ, ਤਾਂ ਉਹ ਆਰਤੀ ਸਾਨੂੰ ਗੁਰੂ ਸਾਹਿਬ ਜੀ ਨੇ ਕਰਕੇ ਸਿਖਾ ਦਿੱਤੀ ਸੀ। ਹਾਂ, ਸਾਡੇ ਕੇਂਦਰੀ ਸਥਾਨਾਂ ਉੱਤੇ ਕੁਝ ਜਗ੍ਹਾ ਦੇ ਉੱਤੇ ਅਜੇ ਵੀ ਥਾਲੀ ਥਾਲ ਪਾ ਕੇ ਘੁਮਾਈਆਂ ਜਾਂਦੀਆਂ, ਭੋਗ ਲੱਗਦੇ ਆ, ਜੋਤਾਂ ਜਗਦੀਆਂ ਨੇ, ਟਲ ਖੜਕਦੇ ਆ। ਇਹ ਗੁਰਮਤ ਅਨੁਸਾਰ ਨਹੀਂ। ਕਿਉਂ ਖੜਕਦੇ ਹਨ, ਕਿਉਂ ਹੋ ਰਿਹਾ ਹੈ, ਇਹਦੇ ਬਾਰੇ ਉਹੀ ਜਵਾਬ ਦੇ ਸਕਦੇ ਹਨ। ਸਥਾਨ ਨੂੰ ਸੁਗੰਧਿਤ ਕਰਾਉਣ ਲਈ ਫੁੱਲ, ਇੱਥੇ ਹੁਣ ਸਿਰਫ ਸੁਗੰਧਿਤ ਕਰਨ ਲਈ ਇਸਤੇਮਾਲ ਲਫ਼ਜ਼ ਕੀਤਾ ਗਿਆ ਹੈ। ਇਹ ਚੀਜ਼ਾਂ ਵਰਤੀਆਂ ਜਾ ਸਕਦੀਆਂ, ਵਰਤਣੀਆਂ ਵਿਵਰਜਿਤ ਨਹੀਂ, ਮਨਾ ਨਹੀਂ ਹਨ। ਪਰ ਇਹ ਨਹੀਂ ਹੈਗਾ ਵੀ ਅਸੀਂ ਕਰੋੜਾਂ ਰੁਪਏ ਦੇ ਫੁੱਲ ਲਿਆ ਕੇ ਭੇਟਾ ਕਰ ਦਈਏ। ਔਰ ਕਈ ਕਰੋੜ ਦੇ ਫੁੱਲ ਜਿਹੜੇ ਹਨ ਉਹ ਅੱਜ ਕੱਲ੍ਹ ਜੋ ਕੁਛ ਹੋ ਰਿਹਾ, ਮੈਂ ਉਹਦਾ ਜ਼ਿਕਰ ਕੀਤਾ, ਇਹਦੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਵਿੱਚ ਵਾਧਾ ਨਹੀਂ ਹੁੰਦਾ, ਸਗੋਂ ਅਸੀਂ ਕੁਦਰਤ ਦਾ ਖਿਲਵਾੜ ਵੀ ਨਾਲ ਕਰ ਰਹੇ ਹਾਂ। ਜਿਹੜੀ ਕਰਤੇ ਦੀ ਬਣਾਈ ਹੋਈ ਕੁਦਰਤ ਹੈ। ਥੋੜਾ ਬਹੁਤਾ ਸੁਗੰਧੀ ਵਰਤੀ ਜਾ ਸਕਦੀ ਹੈ। ਰੋਸ਼ਨੀ ਲਈ ਕੋਈ ਵੀ ਤੇਲ ਦਾ ਜਾਂ ਘੀ ਦਾ ਜਾਂ ਮੋਮਬੱਤੀ ਦਾ ਜਾਂ ਬਿਜਲੀ ਦਾ ਜਾਂ ਲੈਂਪ ਆਦਿ ਜਗਾ ਲੈਣੇ ਚਾਹੀਦੇ ਹਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਾਕਰ ਤੁਲ ਕਿਸੇ ਪੁਸਤਕ ਨੂੰ ਸਥਾਪਨ ਨਹੀਂ ਕਰਨਾ। ਬੜਾ ਕਲੀਅਰ ਸਪਸ਼ਟ ਗੱਲ ਹੈ ਵੀ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਉੱਥੇ ਹੋਰ ਕਿਸੇ ਪੁਸਤਕ ਜਾਂ ਗ੍ਰੰਥ ਦਾ ਪ੍ਰਕਾਸ਼ ਨਹੀਂ ਹੋ ਸਕਦਾ। ਕੇਵਲ ਤਾਂ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੀ ਹੋ ਸਕਦਾ ਹੈ। ਗੁਰਦੁਆਰੇ ਵਿੱਚ ਕੋਈ ਮੂਰਤੀ ਪੂਜਾ ਜਾਂ ਹੋਰ ਗੁਰਮਤਿ ਦੇ ਵਿਰੁੱਧ ਕੋਈ ਰੀਤੀ ਜਾਂ ਸੰਸਕਾਰ ਨਾ ਹੋਵੇ। ਗੁਰਮਤਿ ਦੇ ਵਿਰੁੱਧ ਵਾਲਾ ਕੋਈ ਵੀ ਸੰਸਕਾਰ ਜਿਹੜਾ ਹੈ ਇਹ ਗੁਰਦੁਆਰੇ ਵਿੱਚ ਨਹੀਂ ਹੋ ਸਕਦਾ। ਕਈ ਵਾਰ ਤੇ ਇੱਥੋਂ ਤੱਕ ਵੀ ਆਉਂਦਾ ਹੈ, ਕਈਆਂ ਨੇ ਮੁੰਡਨ ਕਰਾਉਣਾ ਹੁੰਦਾ ਤਾਂ ਉਹ ਵੀ ਕਹਿੰਦੇ ਗੁਰਦੁਆਰੇ ਜਾ ਕੇ ਮੁੰਡਨ ਕਰਾ ਲਓ। ਇਹੋ ਜਿਹਾ ਹਿਸਾਬ ਦਾ ਵੀ ਕਿ ਦੇਖਣ 'ਚ ਆਇਆ। ਉਹ ਇਹ ਚੀਜ਼ਾਂ ਜਿਹੜੀਆਂ ਗੁਰਮਤਿ ਵਿਰੋਧੀ ਕਰਮ ਨੇ ਉਹਨਾਂ ਨੂੰ ਗੁਰਦੁਆਰੇ ਵਿੱਚ ਕਰਨ ਲਈ ਇਜਾਜ਼ਤ ਨਹੀਂ ਹੈ। ਨਾ ਹੀ ਕੋਈ ਅਨਮਤ ਦਾ ਤਿਉਹਾਰ ਮਨਾਇਆ ਜਾਵੇ। ਅਨਮਤ ਦਾ ਤਿਉਹਾਰ ਮਨਾਉਣ ਦਾ ਮਤਲਬ ਦੂਜੇ ਮਤਾਂ ਦਾ ਤਿਉਹਾਰ ਜਿਹੜਾ ਹੈ, ਜਿਨ੍ਹਾਂ ਦਾ ਸਾਡੇ ਨਾਲ ਕੋਈ ਸੰਬੰਧ ਨਹੀਂ ਹੈ, ਉਹਨੂੰ ਮਨਾਉਣ ਦੀ ਮਨਾਹੀ ਹੈ। ਹਾਂ, ਕਿਸੇ ਮੌਕੇ ਜਾਂ ਇਕੱਤਰਤਾ ਨੂੰ ਗੁਰਮਤਿ ਦੇ ਪ੍ਰਚਾਰ ਲਈ ਵਰਤਣਾ ਅਯੋਗ ਨਹੀਂ।
हाँ जिथे संगत लोग इकट्ठे हुए हैं तुसीं गुरमत का प्रचार कर सकते हो, लेकिन गुरुद्वारे अंदर इन्हां चीज़ों का असी जिहड़ा प्रचार है वो नहीं कर सकते कि गुरुद्वारे अंदर गुरुद्वारे गुरु के गुरमत के प्रचार लिए हैं, मत के प्रचार लिए नहीं हैं। तो अगला श्री गुरु ग्रंथ साहब जी के पंघूड़े के पावियां नूं मुठियां भरनियां, कंधा जां थड़ियां ते नक रगड़ना जां मुठियां भरनियां, मंजी साहब हेठां पानी रखना, गुरुद्वारियां विच मूर्तियां बुत बनाउणियां जां रखणियां, गुरु साहिबान जां सिख बजुर्गां दीयां तस्वीरां अगे मत्थे टेकने, ये कर्म मन मत। बड़ी स्पष्ट गल्लां लिखियां ने, इहदे च कोई ज़्यादा समझण दी लोड़ भी नहीं है। आम तौर पर की हुंदा भी असीं गुरुद्वारियां विच जाने आ ते सब मत्था टेक के फिर असीं गुरु साहब जी दे पीढ़े नूं इदां घुੱਟਣ लग पैंदे आ। ये गुरु साहब शरीर तो है नहीं भी जिन्हों असीं घुੱਟ रहे हैं, सानूं भुलेखा लग गया बड़ा तगड़ा ते असीं शरीर नूं जिहड़ा घुੱਟੀ जाओ घुੱਟ रहे हैं। कई बारी असीं गुरुद्वारे दे गुरु ग्रंथ साहब थल्ले पानी रख लैंदे आ, पानी रख के वंडदे अगे बाबे वंडदे हन के ये चीज़ां इत्थे मना कीतियां गईयां ने। कंधा जां थड़ियां दे अगे नक रगड़ना, ਹੁਣ ਥੜੇ ਕਿਹੜੇ ਅਸੀਂ ਨਿਸ਼ਾਨ ਸਾਹਿਬ ਨੂੰ ਘਸਾ ਕੇ ਉੱਥੇ ਨੱਕ ਰਗੜ ਰਗੜ ਕੇ ਤੁਸੀਂ ਦੇਖੋ ਕਿਵੇਂ ਅੱਜ ਨਿਸ਼ਾਨ ਸਾਹਿਬ ਦੇ ਨੇੜੇ ਨਿਸ਼ਾਨ ਹੀ ਬਣ ਜਾਂਦੇ ਆ। ਮੱਥਾ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਟੇਕਿਆ ਜਾ ਸਕਦਾ। ਇਹ ਸਾਡੇ ਝੰਡੇ ਬੁੰਗੇ ਹਨ, ਇਹ ਜੁਗੋ ਟੱਲ ਰਹਿਣੇ ਚਾਹੀਦੇ ਹਨ ਜਿਨ੍ਹਾਂ ਦਾ ਅਰਦਾਸ ਅਸੀਂ ਪੜ੍ਹੀ ਹੈ ਕਿ ਨਿਸ਼ਾਨ ਹਨ ਵੀ ਇਹ ਗੁਰਦੁਆਰਾ ਹੈ, ਇੱਥੇ ਲੋੜ ਪੂਰੀ ਹੁੰਦੀ ਹੈ, ਭੁੱਖੇ ਨੂੰ ਰੋਟੀ ਮਿਲਦੀ ਹੈ, ਨਿਸ਼ਾਨ ਹੈ, ਇੱਥੇ ਗਰੀਬ ਨੂੰ ਆਰਥਿਕ ਮਦਦ ਮਿਲਦੀ ਹੈ, ਇੱਥੇ ਦੁਆ ਦਾਰੂ ਮਿਲਦਾ ਹੈ, ਇੱਥੇ ਆਤਮਿਕ ਖੁਰਾਕ ਲਈ ਕੀਰਤਨ ਹੈ, ਆਤਮਿਕ ਖੁਰਾਕ ਲਈ ਕਥਾ ਹੈ, ਆਤਮਿਕ ਭੋਜਨ ਵੀ ਹੈ, ਸਰੀਰਕ ਭੋਜਨ ਵੀ ਹੈ। ਇਹ ਨਿਸ਼ਾਨ ਹਨ ਸਾਡੇ, ਨਾ ਕਿ ਇਹ ਮੱਥੇ ਟੇਕਣ ਲਈ ਹਨ ਜਿਨ੍ਹਾਂ ਨੂੰ ਅਸੀਂ ਮੱਥਾ ਟੇਕਦੇ ਹਾਂ। ਇਹ ਇਸੇ ਕਰਕੇ ਕਹਿੰਦੇ ਝੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ, ਪੰਥ ਮਹਾਰਾਜ ਦੇ ਇਹ ਨਿਸ਼ਾਨ ਝੁਲਦੇ ਰਹਿਣੇ ਚਾਹੀਦੇ ਨੇ। ਇੱਥੇ ਦੇਖ ਕੇ ਜਦੋਂ ਵੀ ਇਹ ਨਿਸ਼ਾਨ ਝੁਲਦਾ ਦੇਖਦੇ ਹਾਂ ਤਾਂ ਸਾਨੂੰ ਦੂਰੋਂ ਹੀ ਕਹਿੰਦੇ ਨੇ ਲੋੜਵੰਦ ਨੂੰ ਉਹਦੇ ਅੰਦਰ ਇਹ ਤਾਂਘ ਪੈਦਾ ਹੋ ਜਾਂਦੀ ਹੈ ਕਿ ਹਾਂ ਇਹ ਗੁਰਦੁਆਰਾ ਹੈ, ਇੱਥੇ ਮੇਰਾ ਕੁਛ ਨਾ ਕੁਛ ਜ਼ਰੂਰ ਬਣ ਜਾਏਗਾ। ਇੱਥੇ ਇਹ ਨੱਕ ਰਗੜਨ ਲਈ ਨਹੀਂ ਹੈ। ਜਿਹੜੀ ਗੱਲ ਇੱਥੇ ਸਮਝਾਈ ਹੈ ਕੰਧਾਂ ਜਾਂ ਥੜਿਆਂ ਤੇ ਨੱਕ ਰਗੜਨਾ ਜਾਂ ਮੁੱਠੀਆਂ ਜਾਂ ਨਿਸ਼ਾਨ ਸਾਹਿਬ ਨੂੰ ਇੱਦਾਂ ਘੁੱਟੀ ਜਾਣਾ, ਨਿਸ਼ਾਨ ਸਾਹਿਬ ਦੇ ਜਿਹੜਾ ਪਾਈਪ ਹੈ ਉਹਨੂੰ ਅਸੀਂ ਘੁੱਟਦੇ ਰਹੀਏ ਤੇ ਕਰਦੇ ਹਾਂ ਇੱਦਾਂ ਫੜ ਫੜ ਕੇ ਮੱਥੇ ਵੀ ਅਸੀਂ ਟੇਕਦੇ। ਇਹ ਚੀਜ਼ਾਂ ਜਿਹੜੀਆਂ ਮਨਾਹੀ ਹਨ। ਮੰਜੀ ਸਾਹਿਬ ਹੇਠਾਂ ਪਾਣੀ ਰੱਖਣਾ, ਗੁਰਦੁਆਰਿਆਂ ਵਿੱਚ ਮੂਰਤੀਆਂ ਭਾਵੇਂ ਪੇਪਰ ਦੀਆਂ ਹੋਣ ਤੇ ਭਾਵੇਂ ਕਾਗਜ਼ ਦੀਆਂ ਹੋਣ ਤੇ ਭਾਵੇਂ ਪੱਥਰ ਦੀਆਂ ਹੋਣ, ਇੱਕ ਮੂਰਤੀ ਹੈ। ਬੁੱਤ ਬਣਾਉਣੀਆਂ ਜਾਂ ਰੱਖਣੀਆਂ, ਗੁਰੂ ਸਾਹਿਬ ਜਾਂ ਸਿੱਖ ਬਜ਼ੁਰਗਾਂ ਦੀਆਂ ਤਸਵੀਰਾਂ ਅੱਗੇ ਮੱਥੇ ਟੇਕਣੇ। ਇਹਦਾ ਮਤਲਬ ਗੁਰੂ ਦੀਆਂ ਤਸਵੀਰਾਂ ਅੱਗੇ ਮੱਥੇ ਨਹੀਂ ਟੇਕਣੇ, ਭਾਵੇਂ ਤਸਵੀਰ ਕਾਗਜ਼ ਦੀ ਹੈ ਤੇ ਭਾਵੇਂ ਉਹ ਸ਼ੀਸ਼ੇ ਦੇ ਵਿੱਚ ਫਰੇਮ ਕਰਕੇ ਰੱਖੀ ਹੋਈ ਹੈ। ਇਹ ਤਸਵੀਰ ਵੈਸੇ ਕਿ ਸਾਡੇ ਘਰਾਂ 'ਚ ਹੋਣੀਆਂ ਹੀ ਨਹੀਂ ਚਾਹੀਦੀਆਂ। ਸਾਡੇ ਗੁਰੂ ਗ੍ਰੰਥ ਸਾਹਿਬ ਵੀ ਗੁਰਮੂਰਤ ਗੁਰ ਸ਼ਬਦ ਹੈ ਦੀ ਗੱਲ ਹੀ ਸਾਨੂੰ ਸਿੱਖਣੀ ਚਾਹੀਦੀ ਹੈ। ਸਾਨੂੰ ਨਾ ਕਿ ਸਾਨੂੰ ਇਹਨਾਂ ਤਸਵੀਰਾਂ ਵਿੱਚੋਂ ਕੋਈ ਖਾਸ ਲੱਭੇਗਾ। ਤੋ ਤਸਵੀਰ ਇੱਥੇ ਲਿਖ ਦਿੱਤਾ ਹੈ ਇਹੋ ਜਿਹੇ ਕਰਮ ਮਨਮਤ। ਜੇ ਕਰਮ ਹੀ ਮਨਮਤ ਹੈ ਤਾਂ ਫਿਰ ਅਸੀਂ ਉਹਨੂੰ ਮੂਲ ਹੀ ਕਿਉਂ ਰਹਿਣ ਦਈਏ ਜਿਹਦੇ ਕਰਨ ਨਾਲ ਅਸੀਂ ਮਨਮਤ ਹੀ ਬਣ ਜਾਣਾ ਹੈ। ਤੇ ਜੇ ਮੂਲ ਹੀ ਨਹੀਂ ਹੋਵੇਗਾ ਤੇ ਫਿਰ ਕਰਮ ਆਪੇ ਹੀ ਨਹੀਂ ਹੋਵੇਗਾ। ਜੇ ਸਾਡੇ ਕੋਲ ਤਸਵੀਰ ਹੀ ਨਹੀਂ ਹੈ ਤਾਂ ਫਿਰ ਅਸੀਂ ਉਹਨੂੰ ਮੱਥਾ ਕਿਹਨੂੰ ਟੇਕਾਂਗੇ। ਤਾਂ ਕਹਿਣ ਦਾ ਮਤਲਬ ਇਹ ਹੈ ਵੀ ਜੇ ਸਾਡੇ ਕੋਲ ਸਾਧਨ ਹੀ ਨਹੀਂ ਹਨ ਤਾਂ ਫਿਰ ਅਸੀਂ ਉਸ ਨੂੰ ਵਰਤੋਂ ਕਿਵੇਂ ਕਰਾਂਗੇ। ਇਸ ਕਰਕੇ ਜ਼ਰੂਰੀ ਹੈ ਵੀ ਇਹਨਾਂ ਚੀਜ਼ਾਂ ਤੋਂ ਬਚਾਅ ਹੀ ਕੀਤਾ ਜਾਏ। ਇੱਕ ਦੂਜੀ ਥਾਂ श्री गुरु ग्रंथ साहब जी ले जाने वेले अरदास करनी चाहिए। जिसने श्री गुरु ग्रंथ साहब जी चुक्या होवे वो नंगे पैरी चले, पर जेकर किसी मौके जोड़े पान की अतलोड़ पै जावे तां भरम नहीं करना। भी जिन्हां ने गुरु ग्रंथ साहब जी सिर ते चुक्या है वैसे नंगे पैरी चलण की गल की गई है। ते जे लोड़ पै जावे, जे रस्ता ठीक नहीं लगता, रस्ता तो वैसे पहले सफाई होनी चाहिए है। जे रस्ते की सफाई नहीं है तो फिर सानू ये ख्याल रखना चाहिए खास तौर के उत्ते ते असी सफाई कर लीए। जे पर किते लभ जाए भी असी करना है
ਉਹਦੇ ਤੇ ਜੋੜਾ ਪਾਉਣ ਦੀ ਲੋੜ ਹੈ ਤੇ ਉੱਥੇ ਲਿਖਿਆ ਸੰਕੋਚ ਨਹੀਂ ਕਰਨਾ। ਸੰਕੋਚ ਕਰਨ ਦਾ ਮਤਲਬ ਇਹ ਹੈ ਵੀ ਅਸੀਂ ਜੇ ਸਾਡਾ ਠੀਕ ਨਹੀਂ ਹੈ ਇਹ ਰਸਤੇ ਤਾਂ ਅਸੀਂ ਜੋੜਾ ਪਾ ਕੇ ਵੀ ਚੱਲ ਸਕਦੇ ਹਾਂ। ਇੱਥੇ ਇਹ ਚੀਜ਼ ਜਿਹੜੀ ਹੈ ਇਹ ਲਿਖੀ ਗਈ ਹੈ। ਅੱਗੇ ਫਿਰ ਦੁਬਾਰਾ ਰਿਪੀਟ ਕਰਦੇ ਹਾਂ, ਇੱਕ ਤੋਂ ਦੂਜੀ ਥਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਾਣ ਵੇਲੇ ਅਰਦਾਸ ਕਰਨੀ। ਜਦੋਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੈ ਕੇ ਜਾਣਾ ਤਾਂ ਉਹਦੀ ਅਰਦਾਸ ਕਰਕੇ ਜਚੋ ਜਾਣਾ। ਜਿਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਚੁੱਕਿਆ ਹੋਵੇ ਉਹ ਨੰਗੇ ਪੈਰੀਂ ਚੱਲੇ। ਬਾਕੀਆਂ ਲਈ ਇੱਥੇ ਕੋਈ ਹਦਾਇਤ ਨਹੀਂ ਹੈ ਜਿਹਦੇ ਬਾਰੇ ਮੈਂ ਕੋਈ ਸਪਸ਼ਟ ਕਰ ਵੀ ਨਹੀਂ ਸਕਦਾ। ਪਰ ਜੇਕਰ ਕਿਸੇ ਮੌਕੇ ਜੋੜੇ ਪਾਉਣ ਦੀ ਅਤ ਲੋੜ ਪੈ ਜਾਵੇ ਤਾਂ ਭਰਮ ਨਹੀਂ ਕਰਨਾ। ਤਾਂ ਭਰਮ ਨਹੀਂ ਕਰਨਾ ਦਾ ਮਤਲਬ ਇਹ ਹੈ ਵੀ ਵਹਿਮ ਨਹੀਂ ਕਰਨਾ। ਅਗਲਾ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਰਦਾਸਾ ਸੋਧ ਕੇ ਪ੍ਰਕਾਸ਼ ਕੀਤਾ ਜਾਵੇ। ਹੁਣ ਅਗਲੀ ਗੱਲ ਜਿਹੜੀ ਹੈ ਉਹ ਅਰਦਾਸਾ ਸੋਧਨ ਦੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਰਦਾਸਾ ਸੋਧ ਕੇ ਹੀ ਪ੍ਰਕਾਸ਼ ਕੀਤਾ ਜਾਵੇ। ਲਿਜਾਣ ਲੱਗਿਆਂ ਵੀ ਅਰਦਾਸ ਕੀਤੀ ਹੈ, ਜਦੋਂ ਫਿਰ ਪ੍ਰਕਾਸ਼ ਕਰਨਾ ਤਾਂ ਅਰਦਾਸ ਫਿਰ ਕਰਨੀ। ਕਈ ਥਾਂ ਤੇ ਅਸੀਂ ਦੇਖਿਆ ਵੀ ਅਰਦਾਸ ਬਾਅਦ ਚ ਹੁੰਦੀ ਹੈ, ਪ੍ਰਕਾਸ਼ ਤੋਂ ਬਾਅਦ ਵਿੱਚ ਹੁੰਦੀ ਹੈ। ਮਰਿਆਦਾ ਵਿੱਚ ਜੋ ਲਿਖਿਆ ਹੋਇਆ ਹੈ ਉਹ ਇਹ ਲਿਖਿਆ ਹੋਇਆ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਰਦਾਸਾ ਸੋਧ ਕੇ ਪ੍ਰਕਾਸ਼ ਕੀਤਾ ਜਾਵੇ। ਪ੍ਰਕਾਸ਼ ਕਰਨ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਇੱਕ ਸ਼ਬਦ ਦਾ ਵਾਕ ਲਿਆ ਜਾਵੇ। ਤੋ ਇੱਕ ਸ਼ਬਦ ਦਾ ਹੁਕਮ ਲੈਣਾ ਵੀ ਸਾਨੂੰ ਮਰਿਆਦਾ ਹੈ ਜਿਹੜੀ ਇਹਦੇ 'ਚ ਲਿਖੀ ਗਈ ਹੈ। ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਆਵੇ ਤਾਂ ਭਾਵੇਂ ਅੱਗੇ ਪ੍ਰਕਾਸ਼ ਹੋਇਆ ਹੋਵੇ ਜਾਂ ਨਾ, ਹਰ ਇੱਕ ਸਿੱਖ ਨੂੰ ਸਨਮਾਨ ਲਈ ਉੱਠ ਖਲੋਣਾ ਚਾਹੀਏ। ਇੱਥੇ ਗੁਰੂ ਸਾਹਿਬ ਦੇ ਸਤਿਕਾਰ ਲਈ ਹੈ। ਜੇ ਅਸੀਂ ਸੰਗਤ 'ਚ ਬੈਠੇ ਹਾਂ ਤਾਂ ਕੋਈ ਸਤਿਗੁਰ ਦਾ ਕੋਈ ਸਰੂਪ ਲੈ ਕੇ ਆ ਜਾਂਦੇ ਨੇ ਜਿਨ੍ਹਾਂ ਦੇ ਘਰ ਪਾਠ ਰਖਾਇਆ ਹੁੰਦਾ ਜਾਂ ਕੋਈ ਹੋਰ, ਤਾਂ ਸਤਿਗੁਰ ਦੇ ਸਤਿਕਾਰ ਲਈ ਸਾਨੂੰ ਖੜੇ ਹੋਣਾ ਜ਼ਰੂਰ ਲਿਖਿਆ ਹੋਇਆ ਵੀ ਸਾਨੂੰ ਖੜੇ ਹੋ ਜਾਣਾ ਚਾਹੀਦਾ ਹੈ। ਗੁਰਦੁਆਰੇ ਅੰਦਰ ਜਾਣ ਲੱਗਿਆਂ ਜੋੜੇ ਬਾਹਰ ਲਾ ਕੇ ਸਾਫ਼ ਸੁਥਰਾ ਹੋ ਕੇ ਜਾਣਾ ਚਾਹੀਏ। ਜੇ ਪੈਰ ਮੈਲੇ ਜਾਂ ਗੰਦੇ ਹੋਣ ਤਾਂ ਜਲ ਨਾਲ ਧੋ ਲੈਣੇ ਚਾਹੀਏ। ਸ੍ਰੀ ਗੁਰੂ ਗ੍ਰੰਥ ਸਾਹਿਬ ਅਥਵਾ ਗੁਰਦੁਆਰੇ ਨੂੰ ਆਪਣੇ ਸੱਜੇ ਹੱਥ ਰੱਖ ਕੇ ਪਰਿਕਰਮਾ ਕਰਨੀ ਚਾਹੀਏ। ਇਹ ਇੱਕ ਵਿਧਾਨ ਬਣਾ ਦਿੱਤਾ ਸੱਜੇ ਹੱਥ ਰੱਖ ਕੇ ਪਰਿਕਰਮਾ ਕਰਨ ਦਾ। ਉਹਦਾ ਕਾਰਨ ਕੀ ਸੀ ਕਿ ਸੱਜੇ ਖੱਬੇ ਦਾ ਵੈਸੇ ਨਹੀਂ ਵੀ ਖੱਬਾ ਕਮਜ਼ੋਰ ਹੈ ਤੇ ਸੱਜਾ ਜ਼ਿਆਦਾ ਕੰਮ ਕਰਦਾ, ਨਹੀਂ। ਇਹ ਵਿਧਾਨ ਤਾਂ ਬਣ ਗਿਆ ਵੀ ਜੇ ਆਪੋ ਚ ਟੱਕਰਾਂ ਹੀ ਨਾ ਲੈਂਦੇ ਰਹਿਣ, ਕੋਈ ਉਧਰੋਂ ਤੁਰ ਪਵੇ ਕੋਈ ਉਧਰ ਨੂੰ ਤੁਰ ਪਵੇ ਤੇ ਸਾਰਾ ਧਿਆਨ ਸੰਗਤ ਦਾ ਉਸ ਪਾਸੇ ਖਿੱਚਿਆ ਜਾਵੇ। ਇਸੇ ਵਾਸਤੇ ਹੀ ਇੱਕ ਪਾਸੇ ਕਰ ਦਿੱਤਾ ਵੀ ਇਹਨੂੰ ਸੱਜੇ ਹੱਥ ਰੱਖ ਕੇ ਇਸ ਦਾ ਜਿਹੜੀ ਪਰਿਕਰਮਾ ਕਰਨੀ ਹੈ ਤੇ ਇਸ ਢੰਗ ਨਾਲ ਅਸੀਂ ਪਰਿਕਰਮਾ ਜਿਹੜੀਆਂ ਹਨ ਉਹ ਸਾਰੇ ਹੀ ਉਹੀ ਰਸਤਾ ਉਹੀ ਨਿਯਮ ਅਪਣਾਉਣ ਤਦ ਕਿ ਆਪਸੀ ਟਕਰਾਓ ਜਾਂ ਆਪਸੀ ਰੁਕਾਵਟ ਜਿਹੜੀ ਹੈ ਉਹ ਖੜੀ ਨਾ। ਇਹਦਾ ਮਤਲਬ ਇਹ ਸੀ ਨਾ ਕਿ ਇਹਦਾ ਮਤਲਬ ਅਸੀਂ ਇਹ ਕੋਈ ਸੋਚ ਲਈਏ ਵੀ ਸੱਜੇ ਹੱਥ ਨੂੰ ਤਰਜੀਹ ਦਿੱਤੀ ਹੈ ਤੇ ਖੱਬੇ ਨੂੰ ਕਿਉਂ ਨਹੀਂ ਦਿੱਤੀ। ਜੇ ਇੱਥੇ ਖੱਬਾ ਵੀ ਲਿਖ ਦਿੰਦੇ ਤਾਂ ਅਸੀਂ ਖੱਬੇ ਹੱਥ ਰੱਖ ਕੇ ਵੀ ਪਰਿਕਰਮਾ ਕਰ ਸਕਦੇ ਸੀ, ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਇਹ ਸਿੱਖੀ ਵਿੱਚ ਇਹਨਾਂ ਦਿਸ਼ਾਵਾਂ ਜਾਂ ਸੱਜੇ ਖੱਬੇ ਦਾ ਫਰਕ ਨਹੀਂ ਹੈ। ਇੱਥੇ ਸਿਰਫ ਇੱਕ ਨਿਯਮ ਇਸ ਕਰਕੇ ਬਣਾਇਆ ਇਹਦੇ ਵਿੱਚ ਕੋਈ ਰੁਕਾਵਟ ਖੜੀ ਨਾ ਹੋਵੇ, ਗੁਰਦੁਆਰਾ ਸਾਹਿਬ ਦੇ ਅੰਦਰ ਪੂਰੀ ਤਰ੍ਹਾਂ ਡਿਸਿਪਲਿਨ ਜਿਹੜਾ ਹੈ ਉਹ ਬਣਿਆ ਰਹੇ। ਗੁਰਦੁਆਰੇ ਅੰਦਰ ਦਰਸ਼ਨਾਂ ਲਈ ਜਾਣ ਲਈ ਕਿਸੇ ਦੇਸ਼, ਮਜ਼ਹਬ, ਜਾਤ ਵਾਲੇ ਨੂੰ ਮਨਾਹੀ ਨਹੀਂ, ਕੋਈ ਵੀ ਆ ਸਕਦਾ ਹੈ। ਪਰ ਉਸ ਦੇ ਪਾਸ ਸਿੱਖ ਧਰਮ ਤੋਂ ਵਿਵਰਜਿਤ ਤੰਬਾਕੂ ਆਦਿ ਕੋਈ ਚੀਜ਼ ਨਹੀਂ ਹੋਣੀ ਚਾਹੀਦੀ। ਇਹ ਜ਼ਰੂਰੀ ਚੀਜ਼ ਹੈ, ਜਿਹੜੀ ਅਸਲੀ ਗੱਲ ਹੈ। ਜਿਹੜੀਆਂ ਚੀਜ਼ਾਂ ਸਿੱਖ ਧਰਮ ਦੇ ਵਿੱਚ ਮਨਾ ਹਨ ਉਹ ਉਹਦੇ ਬਿਲਕੁਲ ਨਹੀਂ ਹੋਣੀਆਂ ਚਾਹੀਦੀਆਂ। ਖਾਸ ਕਰਕੇ ਬੀੜੀ, ਤੰਬਾਕੂ, ਸਿਗਰਟ ਆਦਿ ਜਿਹੜੀਆਂ ਹਨ, ਜਾਂ ਕੋਈ ਸ਼ਰਾਬ ਪੀ ਕੇ ਆ ਜਾਏ, ਇਹ ਜਿਹੜੀਆਂ ਚੀਜ਼ਾਂ ਹਨ ਇਹ ਮਨਾ ਹਨ। ਇਹ ਚੀਜ਼ਾਂ ਜਿਹੜੀਆਂ ਮਨਾ ਕੀਤੀਆਂ ਗਈਆਂ। ਗੁਰਦੁਆਰੇ ਅੰਦਰ ਦਰਸ਼ਨਾਂ ਨੂੰ ਜਾਣ ਲਈ ਕਿਸੇ ਦੇਸ਼, ਮਜ਼ਹਬ, ਜਾਤ ਵਾਲੇ ਨੂੰ ਮਨਾਹੀ ਨਹੀਂ, ਕੋਈ ਵੀ ਆ ਸਕਦਾ ਹੈ। ਕਿਸੇ ਦੇਸ਼ ਦਾ, ਕਿਸੇ ਕੌਮ ਦਾ ਕੋਈ ਮਨਾਹੀ ਕਿਸੇ ਨੂੰ ਨਹੀਂ, ਕਿਉਂਕਿ ਕੁਝ ਧਰਮ ਐਸੇ ਹਨ ਜਿੱਥੇ ਕੇਵਲ ਉਹਨਾਂ ਦੇ ਮੰਨਣ ਵਾਲੇ ਹੀ ਜਾ ਸਕਦੇ ਹਨ। ਉਹਨਾਂ ਦੇ ਜਿਹੜੇ ਸਥਾਨਾਂ ਦੀ ਵੀ ਨੇ, ਕਈਆਂ ਦੇ ਇਸਤਰੀਆਂ ਵੀ ਨਹੀਂ ਜਾ ਸਕਦੀਆਂ। ਪਰ ਇੱਥੇ ਇੱਕ ਲਿੰਗ ਭੇਦਭਾਵ ਵੀ ਨਹੀਂ ਹੈ ਸਿੱਖੀ ਦੇ ਵਿੱਚ। ਸਿੱਖੀ ਵਿੱਚ ਜਾਤ ਭੇਦਭਾਵ ਵੀ ਨਹੀਂ ਹੈ, ਕਿਸੇ ਮਜ਼ਹਬ ਧਰਮ ਦੇ ਭੇਦਭਾਵ ਨਹੀਂ ਹੈ। ਐਨੀਵਨ, ਕੋਈ ਵੀ ਸੰਸਾਰ ਦਾ ਕੋਈ ਵਸਿੰਦਾ ਜਦੋਂ ਵੀ ਗੁਰਦੁਆਰੇ ਜਾਣਾ ਚਾਹੇ ਜਾ ਸਕਦਾ ਹੈ। ਪਰ ਸਿੱਖ ਧਰਮ ਦੇ ਅਸੂਲਾਂ ਦੇ ਖਿਲਾਫ ਜਿਹੜੇ
ਵਿਵਰਜਿਤ ਚੀਜ਼ਾਂ ਹਨ ਉਹ ਨਹੀਂ ਹੋਣੀਆਂ ਚਾਹੀਦੀਆਂ, ਜਿਹੜੇ ਤੰਬਾਕੂ ਜਾਂ ਬੀੜੀ ਸਿਗਰਟ ਜੋ ਵੀ ਹੈ, ਇੱਕੋ ਚੀਜ਼ ਹੈ ਜਿਹਦਾ ਜ਼ਿਕਰ ਇੱਥੇ ਕੀਤਾ ਗਿਆ। ਗੁਰਦੁਆਰੇ ਅੰਦਰ ਜਾ ਕੇ ਸਿੱਖ ਦਾ ਪਹਿਲਾ ਕਰਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਣਾ ਹੈ। ਉਪਰੰਤ ਗੁਰੂ ਰੂਪ ਸਾਧ ਸੰਗਤ ਦੇ ਦਰਸ਼ਨ ਕਰਕੇ ਸਹਿਜ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਈ ਜਾਵੇ। ਸਭ ਤੋਂ ਪਹਿਲਾ ਕਰਮ ਹੈ ਮੱਥਾ ਟੇਕਣਾ। ਤੋ ਇਹ ਜਿਹੜੀ ਪਹਿਲੀ ਰਹਿਤ ਮਰਿਆਦਾ ਬਣੀ ਸੀ ਉਹਦੇ ਚ ਇੱਕ ਲਫ਼ਜ਼ ਲਿਖਿਆ ਹੋਇਆ ਸੀ ਨਾਲ ਸਿਰ ਨਿਵਾ ਕੇ ਮੱਥਾ ਟੇਕ, ਉਹ ਲਫ਼ਜ਼ ਕੱਢ ਦਿੱਤਾ ਗਿਆ। ਹੁਣ ਮੱਥਾ ਟੇਕਣਾ ਹੀ ਲਫ਼ਜ਼ ਜਿਹੜਾ ਹੈ ਰਿਹਾ ਹੈ। ਤਬਦੀਲੀ ਜੋ 1936 ਦੇ ਵਿੱਚ ਤਬਦੀਲੀ ਕੀਤੀ ਹੈ ਤੇ ਉਹਦੇ ਵਿੱਚ ਪਹਿਲਾ ਲਫ਼ਜ਼ ਸੀ ਸਿਰ ਨਿਵਾ ਕੇ ਮੱਥਾ ਟੇਕ, ਤਾਂ ਹੁਣ ਜਿਹੜਾ ਹੈ ਸਿਰਫ ਮੱਥਾ ਟੇਕਣ ਦੀ ਗੱਲ ਹੀ ਕੀਤੀ ਗਈ ਹੈ। ਇਹ ਤਬਦੀਲੀ ਧਾਰਮਿਕ ਸਲਾਹਕਾਰ ਦੀ ਕਮੇਟੀ ਦੀ 13ਵੀਂ ਮੀਟਿੰਗ ਜਿਹੜੀ 7 ਜਨਵਰੀ 1945 ਦੇ ਮਤਾ ਨੰਬਰ 4 ਰਾਹੀਂ ਕੀਤੀ ਗਈ ਹੈ। ਉਹਦੇ ਵਿੱਚ ਹੈਡਿੰਗ ਗੁਰਦੁਆਰੇ ਦੇ ਅੰਕ ਪੱਪਾ ਵਿੱਚੋਂ ਲਫ਼ਜ਼ ਸਿਰ ਨਿਵਾ ਕੇ ਕੱਢ ਦਿੱਤੇ ਜਾਣ। ਗੁਰੂ ਰੂਪ ਸੰਗਤ ਦੇ ਦਰਸ਼ਨ ਕਰਕੇ, ਗੁਰੂ ਰੂਪ ਸਾਧ ਸੰਗਤ ਦੇ ਦਰਸ਼ਨ ਕਰਕੇ ਕੀਤਾ ਗਿਆ ਹੈ। ਪਹਿਲਾਂ ਸੀ ਗੁਰੂ ਰੂਪ ਸੰਗਤ ਦੇ ਦਰਸ਼ਨ ਕਰਕੇ, ਹੁਣ ਇੱਥੇ ਲਿਖਿਆ ਗੁਰੂ ਰੂਪ ਸਾਧ ਸੰਗਤ ਦੇ ਦਰਸ਼ਨ ਕਰਕੇ। ਅੱਗੇ ਜਿਹੜਾ ਲਫ਼ਜ਼ ਹੈ ਉਹਦੇ ਚ ਇਹ ਵੀ ਅਦਲਾ ਬਦਲੀ ਜਿਹੜੀ ਹੈ ਉਹ ਕੀਤੀ ਹੈ। ਤੋ ਰਹਿਤ ਮਰਿਆਦਾ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿਰ ਨਿਵਾ ਕੇ ਮੱਥਾ ਟੇਕਣਾ ਲਿਖਿਆ ਗਿਆ ਜੋ ਪਹਿਲੀ ਰਹਿਤ ਮਰਿਆਦਾ ਸੀ। ਪਰ ਹੁਣ ਸਪਸ਼ਟ ਹੀ ਹੈ ਵੀ ਜਦੋਂ ਮੱਥਾ ਟੇਕਣਾ ਸਿਰ ਆਪਣੇ ਆਪ ਹੀ ਨੀਵਾਂ ਹੋ ਜਾਂਦਾ, ਇੱਥੇ ਸਿਰ ਨਿਵਾ ਕੇ ਮੱਥਾ ਟੇਕਣ ਦਾ ਜਿਹੜਾ ਸੀ ਉਹ ਲਫ਼ਜ਼ ਜਿਹੜੀ ਸੀ ਉਹ ਕਰ ਦਿੱਤੀ। ਮੱਥਾ ਟੇਕਣਾ ਜਾਂ ਸਿਰ ਨਿਵਾ ਕੇ ਮੱਥਾ ਟੇਕਣ ਚ ਬਹੁਤ ਆਮ ਤੌਰ ਤੇ ਅੰਤਰ ਹੈ, ਪਰ ਫਿਰ ਵੀ ਜੋ ਪੰਥਕ ਰਹਿਤ ਮਰਿਆਦਾ ਦੇ ਵਿੱਚ ਇਹ ਤਬਦੀਲੀ ਕੀਤੀ ਹੈ ਉਹਨਾਂ ਨੇ ਕੋਈ ਸੋਚ ਸਮਝ ਕੇ ਕੀਤੀ ਹੋਏਗੀ। ਕਿਉਂ ਲਿਖਿਆ, ਕਿਸ ਤਰ੍ਹਾਂ ਲਿਖਿਆ, ਇਹਦੇ ਬਾਰੇ ਜਾਣਕਾਰੀ ਤਾਂ ਉਸ ਤੋਂ ਹੀ ਅਸੀਂ ਮਿਲ ਸਕਦੀ ਹੈ। ਮੈਂ ਤਾਂ ਸਿਰਫ ਆਪ ਜੀ ਨੂੰ ਜੋ ਪਹਿਲੀਆਂ ਐਡੀਸ਼ਨ ਤੇ ਬਾਅਦ ਦੇ ਐਡੀਸ਼ਨ ਦੇ ਵਿੱਚ ਬਣਨ ਵੇਲੇ ਜੋ ਰਹਿਤ ਮਰਿਆਦਾ ਹੋਣ ਵਿੱਚ ਆਈ ਹੈ, ਜੋ ਕੁਝ ਹੋਇਆ ਉਹ ਆਪ ਜੀ ਦੇ ਨਾਲ ਸਾਂਝਾ ਕਰ ਰਿਹਾ। ਸੰਗਤ ਵਿੱਚ ਕੀ ਹੈਗਾ ਫਿਰ ਫਤਿਹ ਬੁਲਾਉਣ ਦੀ ਗੱਲ। ਅੱਗੇ ਹੈ ਸੰਗਤ ਵਿੱਚ ਫਤਿਹ ਬੁਲਾਉਣ ਦੀ ਗੱਲ ਹੈ। ਅੱਗੇ ਫਤਿਹ ਬੁਲਾਉਣ ਦੀ ਗੱਲ ਉਹ ਹੈਗਾ ਬੜੇ ਸਹਿਜ ਨਾਲ ਫਤਿਹ ਬੁਲਾਈ ਜਾਵੇ। ਮੱਥਾ ਟੇਕਣ ਦੀ ਵੀ ਇੱਕ ਮੈਂ ਗੱਲ ਕਰ ਰਹਾ ਹਾਂ, ਜ਼ਰੂਰੀ ਇੱਥੇ ਭਾਵੇਂ ਕੁਝ ਵੀ ਨਹੀਂ ਲਿਖਿਆ ਹੋਇਆ, ਸਾਡੇ ਦੋਨੇ ਹੱਥਾਂ ਦੀਆਂ ਤਲੀਆਂ ਜਿਹੜੀਆਂ ਨੇ ਏਦਾਂ ਜ਼ਮੀਨ ਤੇ ਲੱਗਣੀਆਂ ਚਾਹੀਦੀਆਂ। ਇੱਕ ਮੈਂ ਬੇਨਤੀ ਹੋਰ ਵੀ ਜ਼ਰੂਰੀ ਕਰਨੀ ਚਾਹੁੰਦਾ ਵੀ ਸਾਡਾ ਮਸਤਕ ਤੇ ਨੱਕ ਦੀ ਚੁੰਝ ਜਿਹੜੀ ਹੈ ਨਾ, ਇਹ ਮੇਰੇ ਆਪਣੇ ਵਿਚਾਰ ਇੱਥੇ ਲਿਖਿਆ ਕੁਛ ਨਹੀਂ ਹੈ, ਵਿਧਾਨ ਕੋਈ ਨਹੀਂ ਦਿੱਤਾ, ਉਹ ਗੁਰੂ ਅੱਗੇ ਏਦਾਂ ਲੱਗ ਜਾਣੇ ਚਾਹੀਦੇ ਤਦ ਕਿ ਅਸੀਂ ਗੁਰੂ ਨੂੰ ਪੂਰੇ ਨਮਸਕਾਰ ਕਰ ਸਕੀਏ, ਗੁਰੂ ਅੱਗੇ ਮੱਥਾ ਅਰਪਣ ਕਰ ਸਕੀਏ, ਆਪਣੇ ਵਿਚਾਰ ਗੁਰੂ ਅੱਗੇ ਅਰਪਣ ਕਰਕੇ ਗੁਰੂ ਦੇ ਵਿਚਾਰ ਲੈ ਲਈਏ, ਮੱਤ ਗੁਰੂ ਦੀ ਲੈਣੀ ਹੈ। ਇਹ ਨਹੀਂ ਹੈ ਕੋਈ ਲੰਮਾ ਪੈ ਕੇ ਮੱਥਾ ਟੇਕਦਾ, ਕੋਈ ਡੰਡੋਤ ਕਰੀ ਜਾਵੇ, ਕੋਈ ਇੱਕ ਲੱਤ ਦੇ ਭਾਰ ਖੜਾ ਹੋ ਕੇ ਮੱਥਾ ਟੇਕ ਲਵੇ। ਇਹ ਮਰਿਆਦਾ ਇੱਕ ਹੀ ਹੋਣੀ ਚਾਹੀਦੀ ਹੈ। ਜਿਹੜੀ ਮਰਿਆਦਾ ਮੱਥਾ ਟੇਕਣ ਦੀ ਉਹ ਹੈ ਦੋਨੇ ਹੱਥਾਂ ਦੀਆਂ ਤਲੀਆਂ ਜ਼ਮੀਨ ਤੇ ਲੱਗ ਕੇ ਸਾਡਾ ਮਸਤਕ ਤੇ ਨੱਕ ਤੇ ਲੱਗ ਜਾਏਗਾ। ਬਸ ਇਹ ਮੱਥਾ ਟੇਕਣ ਤੇ ਗੋਡਿਆਂ ਦੇ ਮੋੜ ਕੇ ਜਿਹੜਾ ਅਸੀਂ ਮੱਥਾ ਟੇਕਦੇ ਹਾਂ ਉਹੀ ਮੱਥਾ ਟੇਕਣ ਦਾ ਵਿਧਾਨ ਹੈ ਜੋ ਹੋਣਾ ਚਾਹੀਦਾ ਹੈ। ਏਦਾਂ ਇਸ ਤਰ੍ਹਾਂ ਕਰਕੇ ਜਾਂ ਇਸ ਤਰ੍ਹਾਂ ਕਰਕੇ ਮੁੱਠੀਆਂ ਖੜੀਆਂ ਕਰਕੇ ਜਾਂ ਇਸ ਤਰ੍ਹਾਂ ਹੋਰ ਢੰਗ ਨਾਲ ਮੱਥੇ ਟੇਕਣ ਦਾ ਫਿਰ ਡਿਸਪਲਿਨ ਨਹੀਂ ਹੈ, ਉਹ ਨਹੀਂ ਸਕਦਾ। ਫਿਰ ਅੱਗੇ ਹੈਗਾ ਸਹਿਜ ਨਾਲ ਫਤਿਹ ਬੁਲਾਉਣ ਦੀ ਜਿਹੜੀ ਗੱਲ ਕੀਤੀ ਗਈ ਹੈ। ਇੱਥੇ ਲਿਖਿਆ ਕਿ ਇਹ ਗੁਰੂ ਰੂਪ ਸਾਧ ਸੰਗਤ ਦੇ ਦਰਸ਼ਨ ਕਰਕੇ ਸਹਿਜ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਈ ਜਾਵੇ, ਜਿਸ ਤੋਂ ਸਪਸ਼ਟ ਹੈ ਕਿ ਕੇਵਲ ਸਾਧ ਸੰਗਤ ਨਹੀਂ ਬਲਕਿ ਗੁਰੂ ਰੂਪ ਸਾਧ ਸੰਗਤ ਦੀ ਗੱਲ ਇੱਥੇ ਕੀਤੀ ਗਈ ਹੈ ਜਿਸ ਨੂੰ ਫਤਿਹ ਬੁਲਾਉਣੀ ਹੈ। ਪਰ ਜਿੰਨੀ ਸਹਿਜ ਵਿੱਚ ਹੋਵੇ ਉਨੀ ਸਹਿਜ ਚ ਬੁਲਾਉਣੀ ਚਾਹੀਦੀ ਕਿ ਤਦ ਕਿ ਸੰਗਤ ਦੇ ਧਿਆਨ ਵਿੱਚ ਕੋਈ ਵਿਘਨ ਨਾ ਪਵੇ। ਕਈ ਵਾਰੀ ਕਈ ਸੱਜਣ ਆਉਂਦੇ ਨੇ ਮੱਥਾ ਟੇਕ ਕੇ ਖੜੇ ਹੋ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਨਹੀਂ, ਚੱਲਦੇ ਹੋਈ ਦੀਵਾਨ, ਚੱਲਦੇ ਹੋਈ ਕਥਾ, ਚੱਲਦੇ ਹੋਈ ਕੀਰਤਨ ਲਫ਼ਜ਼ ਸਹਿਜ ਨਾਲ ਫਤਿਹ ਬੁਲਾਈ, ਜਿਹੜੀ ਆਪਣੇ ਮੂੰਹ ਚ ਅਸੀਂ ਕਹਿ ਸਕਦੇ ਹਾਂ ਵੀ ਫਤਿਹ ਜਿਹੜੀ ਹੈ ਉਹ ਬੁਲਾਈ ਜਾਵੇ ਤਦ ਕਿ ਸੰਗਤ ਦੀ ਕਾਰਵਾਈ ਵਿੱਚ ਵਿਘਨ ਨਾ ਪਵੇ। ਤਾਂ ਸਹਿਜ ਨਾਲ ਫਤਿਹ ਬੁਲਾਉਣ ਦਾ ਜਿਹੜਾ ਹੈ ਉਹ ਇਹ ਹੈ। ਅੱਗੇ ਹੈ ਸੰਗਤ ਵਿੱਚ ਬੈਠਣ ਲਈ ਸਿੱਖ ਅਸਿੱਖ ਛੂਤ ਛਾਤ ਜਾਤ ਪਾਤ ਊਚ ਨੀਚ ਦਾ ਭਰਮ ਜਾਂ ਵਿਤਕਰਾ ਨਹੀਂ ਕਰਨਾ। ਇਹ ਬੜੀ ਸਪਸ਼ਟ ਗੱਲ ਹੈ।
ਸੰਗਤ ਵਿੱਚ ਤਾਂ ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ ਦੀ ਗੱਲਬਾਤ ਹੈ। ਇੱਥੇ ਤਾਤ ਪਰਾਈ ਦੀ ਕੋਈ ਗੱਲਬਾਤ ਨਹੀਂ, ਜਾਤ ਪਾਤ ਦੀ ਕੋਈ ਗੱਲਬਾਤ ਨਹੀਂ। ਇੱਥੇ ਤਾਂ ਨਾ ਕੋਈ ਬੈਰੀ ਨਹੀਂ ਬਗਾਨਾ, ਸਗਲ ਸੰਗ ਹਮਕੋ ਬਨ ਆਈ ਦੀ ਕਹਾਣੀ। ਇੱਥੇ ਗੁਰੂ ਸਾਹਿਬ ਜੀ ਨੇ ਗੁਰੂ ਪੰਥ ਨੇ ਜੋ ਫੈਸਲਾ ਕੀਤਾ ਬੜਾ ਕਮਾਲ ਦਾ ਹੈ। ਕੁਛ ਅਖੌਤੀ ਨੀਵੀਂ ਜਾਤੀਆਂ ਵਾਲਿਆਂ ਨੂੰ ਅੱਜ ਵੀ ਤੁਸੀਂ ਦੇਖੋਗੇ ਕੁਛ ਐਸੀਆਂ ਸਥਾਨਾਂ ਹਨ ਧਰਮਾਂ ਦੀਆਂ ਜਿੱਥੇ ਉਹਨਾਂ ਦਾ ਕਦਮ ਨਹੀਂ ਪੈ ਸਕਦੇ, ਪੈਰ ਨਹੀਂ ਰੱਖ ਸਕਦੇ। ਦੂਜੇ ਧਰਮਾਂ ਦੀ ਗੱਲ ਕਰ ਰਿਹਾ, ਉੱਥੇ ਕੇਵਲ ਉਹਨਾਂ ਦੇ ਕੋਈ ਖਾਸ ਸ਼੍ਰੇਣੀ ਦੇ ਬੰਦੇ ਹੀ ਜਾ ਸਕਦੇ ਹਨ। ਪਰ ਸੰਗਤ ਵਿੱਚ ਬੈਠਣ ਲਈ ਸਿੱਖ ਅਸਿੱਖ, ਸਿੱਖ ਜਾਂ ਗੈਰ ਸਿੱਖ, ਛੂਤ ਛਾਤ, ਜਾਤ ਪਾਤ, ਊਚ ਨੀਚ ਦਾ ਭਰਮ ਜਾਂ ਵਿਤਕਰਾ ਨਹੀਂ ਕਰਨਾ। ਬੜੀ ਸਪਸ਼ਟ ਗੱਲਬਾਤ ਹੈ, ਇਹ 'ਚ ਕੋਈ ਜ਼ਿਆਦਾ ਹੋਰ ਵਿਆਖਿਆ ਦੀ ਲੋੜ ਨਹੀਂ ਹੈ ਕਿ ਆਪਾਂ ਇਹਦੀ ਹੋਰ ਵਿਆਖਿਆ ਕਰੀਏ। ਕਿਸੇ ਮਨੁੱਖ ਦਾ ਸਤਿਗੁਰਾਂ ਦੇ ਪ੍ਰਕਾਸ਼ ਸਮੇਂ ਜਾਂ ਸੰਗਤ ਵਿੱਚ ਗਦੇਲਾ, ਆਸਣ, ਕੁਰਸੀ, ਚੌਂਕੀ, ਮੰਜਾ ਆਦਿ ਲਾ ਕੇ ਬੈਠਣਾ ਜਾਂ ਕਿਸੇ ਹੋਰ ਵਿਅਕਤੀ ਵਿਤਕਰੇ ਨਾਲ ਬੈਠਣਾ ਮਨਮਤ ਹੈ। ਕਿਸੇ ਮਨੁੱਖ ਦਾ ਸਤਿਗੁਰਾਂ ਦੇ ਪ੍ਰਕਾਸ਼ ਸਮੇਂ ਜਾਂ ਸੰਗਤ ਵਿੱਚ ਗਦੇਲਾ, ਆਸਣ, ਕੁਰਸੀ, ਚੌਂਕੀ, ਮੰਜਾ ਆਦਿ ਲਾ ਕੇ ਬੈਠਣਾ ਜਾਂ ਕਿਸੇ ਹੋਰ ਵਿਤਕਰੇ ਨਾਲ ਬੈਠਣਾ ਮਨਮਤ ਹੈ। ਇੱਥੇ ਗੱਲ ਬੜੀ ਸਪਸ਼ਟ ਕੀਤੀ ਗਈ ਹੈ ਕਿ ਕੋਈ ਆਪਣੇ ਆਪ ਨੂੰ ਵੱਡਾ ਦੱਸਣ ਦੇ ਲਈ, ਆਪਣੇ ਆਪ ਨੂੰ ਵੱਡਾ ਕਰਨ ਦੇ ਲਈ ਜਾਂ ਦੱਸਣ ਦੇ ਲਈ ਸਾਡੇ ਮਹਾਂਪੁਰਖ ਆਏ ਹਨ, ਉਹ ਗਲੀਚੇ ਬਾਹਰ ਤੋਂ ਬਿਜਨੇ ਸ਼ੁਰੂ ਹੋ ਜਾਂਦੇ ਆ। ਅਤੇ ਗੇਟ ਵੱਡੇ ਐਂਟਰੀ ਦੇ ਗੇਟ ਤੋਂ ਗਲੀਚੇ ਬਿਜਨੇ ਸ਼ੁਰੂ ਕੀਤੇ ਜਾਂਦੇ ਆ। ਤੋ ਇਹ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ, ਸੰਗਤ ਜੁੜਦੀ ਹੈ, ਇਹ ਸਾਧ ਸੰਗਤ ਬਣ ਜਾਂਦੀ ਹੈ। ਇੱਥੇ ਸਿਕਦਾਰੀ ਤੇ ਸਰਵਉੱਚਤਾ ਕੇਵਲ ਸਾਡੇ ਚਵਰ ਸ਼ਬਦ ਦੇ ਮਾਲਕ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੀ ਹੋ ਸਕਦੀ ਹੈ। ਇੱਥੇ ਕਿਸੇ ਹੋਰ ਦੀ ਸਰਦਾਰੀ ਨਹੀਂ ਹੋ ਸਕਦੀ। ਬਾਕੀ ਸਾਰੀ ਸੰਗਤ ਤਾਂ ਜਾਜਕ ਦੇ ਅਤੇ ਸਿੱਖ ਰੂਪ ਵਿੱਚ ਆ ਕੇ ਜੁੜਦੀ ਹੈ। ਖਿਆਲ ਕਰਨ ਦੀ ਗੱਲ ਹੈ, ਸਿੱਖ ਉੱਥੇ ਜਾਜਕ ਬਣ ਕੇ ਜਾਂਦਾ, ਮਾਲਕ ਬਣ ਕੇ ਨਹੀਂ ਜਾਂਦਾ। ਸਰਦਾਰੀ ਜਿਹੜੀ ਹੈ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦੀ ਚੱਲਦੀ ਹੈ। ਤੋ ਸੱਚੇ ਪਾਤਸ਼ਾਹ ਦੇ ਦਰਬਾਰ ਵਿੱਚ ਕਿਸੇ ਵਿਅਕਤੀ ਵੱਲੋਂ ਵੱਖਰਾ ਗਦੇਲਾ, ਆਸਣ, ਕੁਰਸੀ, ਚੌਂਕੀ, ਮੰਜਾ ਆਦਿ ਲਾ ਕੇ ਬੈਠਣਾ ਮਨਮਤ ਹੈ। ਬਲਕਿ ਗੁਰੂ ਦੀ ਘੋਰ ਨਿੰਦਾ ਮੈਂ ਲਫ਼ਜ਼ ਵਰਤਾਂਗਾ ਕਿ ਗੁਰੂ ਦੀ ਘੋਰ ਨਰਾਦਰੀ ਹੈ ਜਿਹੜੀ ਇਹ ਚੀਜ਼ਾਂ ਅਸੀਂ ਕਰਦੇ ਹਾਂ। ਇਹ ਤਾਂ ਫਿਰ ਖਸਮਾ ਕਰੇ ਬਰਾਬਰੀ, ਫਿਰ ਗੈਰਤ ਅੰਦਰ ਪਾਏ ਵਾਲੀ ਜਿਹੜੀ ਇਹ ਆਸਾ ਕੀ ਵਾਰ ਵਿੱਚ ਜ਼ਿਕਰ ਆਉਂਦਾ ਹੈ, ਉਸ ਅਵਸਥਾ ਤੇ ਪਹੁੰਚ ਜਾਂਦਾ। ਅਸਲ 'ਚ ਗੱਲ ਕੀ ਹੈ, ਪਿਛਲੀ ਸਦੀ ਜਿਹੜੀ ਆ ਬੀਤ ਗਈ ਹੈ, ਜਿਹਨੂੰ 20ਵੀਂ ਸਦੀ ਕਹਿੰਦੇ ਸੀ, ਉਹਦੇ ਆਰੰਭ ਦੇ ਵਿੱਚ ਕੁਝ ਸੋਢੀ, ਬੇਦੀ, ਭੱਲੇ, ਇਹ ਸਾਹਿਬਜ਼ਾਦੇ ਜਿਹੜੇ ਸਨ ਆਪਣੇ ਆਪ ਨੂੰ ਗੁਰੂਵੰਸ਼ ਦੱਸ ਕੇ ਆਪਣੀ ਸਿੱਖੀ ਸੇਵਕ ਚਲਾਉਣ ਲਈ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਗਦੇਲੇ ਦੇ ਆਸਣ ਲਗਾ ਕੇ ਪੂਜਾ ਕਰਵਾਉਂਦੇ ਸਨ। ਇਹ ਜਿਹੜੀ ਰੀਤ ਲਫ਼ਜ਼ ਕਿਉਂ ਵਰਤੇ ਗਏ? ਜਿਸ ਨਾਲ ਸੰਗਤ ਕਰ ਸ਼ਰੀਕੀ ਜਾਏ ਕਿਆ ਰੁਹਾਵਨਾ ਹੰਸ ਮਹਿਲਾ ਤੀਜਾ ਦੇ ਵਿੱਚ ਗੁਰੂ ਪਾਤਸ਼ਾਹ ਜੀ ਨੇ ਜ਼ਿਕਰ ਵੀ ਕੀਤਾ ਹੈ। ਤੋ ਇੱਥੇ ਲਿਖਿਆ ਹੋਇਆ ਹੈ, ਬੜੀ ਸਪਸ਼ਟ ਗੱਲ ਇਹ ਦਿੱਤੀ ਹੈ, ਜੇ ਸਮਾਂ ਬਦਲਦਾ ਗਿਆ, ਹਾਲਾਂਕਿ ਇਹ ਗਦੇਲੇ ਚੁੱਕ ਕੇ ਬਾਹਰ ਵੀ ਸੁੱਟਣੇ ਪਏ, ਪਰਿਕਰਮਾ ਵਿੱਚ ਵੀ ਗਦੇਲੇ ਲਾ ਕੇ ਬੈਠਦੇ ਸੀ ਇਹ ਜਿਹੜੇ ਸਾਹਿਬਜ਼ਾਦੇ, ਉਹਨਾਂ ਦੇ ਗਦੇਲੇ ਚੁੱਕ ਕੇ ਬਾਹਰ ਵੀ ਸੁੱਟ ਦਿੱਤੇ। ਸਿੰਘ ਸਭਾ ਨੇ ਆ ਕੇ ਕਾਫੀ ਜ਼ਿਆਦਾ ਇਹ 'ਚ ਤਰੱਕੀ ਕੀਤੀ ਹੈ, ਇਹਦੇ 'ਚ ਕਾਫੀ ਜ਼ਿਆਦਾ ਸਿੰਘ ਸਭਾ ਨੇ ਆ ਕੇ ਆਪਣਾ ਰੋਲ ਪਲੇ ਕੀਤਾ। ਤੋ ਇੱਥੇ ਸਪਸ਼ਟ ਹੀ ਕਰ ਦਿੱਤਾ ਫਿਰ ਇਹ ਮਰਿਆਦਾ ਦੇ ਵਿੱਚ ਵੀ ਅੱਗੋਂ ਨੌਬਤ ਆਵੇ ਹੀ ਨਾ, ਇਹ ਕੰਮ ਇੱਥੇ ਤੱਕ ਪਹੁੰਚੇ ਹੀ ਨਾ। ਤੇ ਕਿਸੇ ਮਨੁੱਖ ਦਾ ਸਤਿਗੁਰਾਂ ਦੇ ਪ੍ਰਕਾਸ਼ ਸਮੇਂ ਸੰਗਤ ਵਿੱਚ ਗਦੇਲਾ, ਆਸਣ, ਕੁਰਸੀ, ਚੌਂਕੀ, ਮੰਜਾ ਆਦਿ ਲਾ ਕੇ ਬੈਠਣਾ ਜਾਂ ਕਿਸੇ ਹੋਰ ਵਿਤਕਰੇ ਨਾਲ ਬੈਠਣਾ ਮਨਮਤ ਹੈ। ਨੈਕਸਟ, ਸੰਗਤ ਵਿੱਚ ਸਤਿਗੁਰਾਂ ਦੇ ਪ੍ਰਕਾਸ਼ ਸਮੇਂ ਕਿਸੇ ਸਿੱਖ ਨੂੰ ਨੰਗੇ ਸਿਰ ਨਹੀਂ ਬੈਠਣਾ ਚਾਹੀਦਾ। ਸੰਗਤ ਵਿੱਚ ਸਿੱਖ ਇਸਤਰੀਆਂ ਲਈ ਪਰਦਾ ਕਰਨਾ ਜਾਂ ਘੁੰਡ ਕੱਢਣਾ ਗੁਰਮਤ ਵਿਰੋਧ ਹੈ। ਬੜਾ ਸਪਸ਼ਟ ਗੱਲ ਹੈ। ਇਸ ਸਿਰ ਢੱਕਣ ਦੀ ਗੱਲਬਾਤ ਜਿਹੜੀ ਹੈ ਉਹ ਸਾਨੂੰ ਇੱਥੇ ਦੱਸੀ ਗਈ ਹੈ। ਇਹ ਦੋ ਨੁਕਤੇ ਦੇ ਜੋ ਮੁੱਖ ਤੌਰ ਤੇ ਦਰਜ ਹਨ, ਇੱਕ ਤਾਂ ਨੰਗੇ ਸਿਰ ਬੈਠਣਾ ਤੇ ਦੂਜਾ ਪਰਦਾ ਜਾਂ ਘੁੰਡ ਕੱਢਣਾ। ਇਸਤਰੀ ਮਰਦ ਦੋਨੋਂ ਸੰਗਤ ਦਾ ਹਿੱਸਾ ਹਨ, ਸਾਂਝੇ ਤੌਰ ਤੇ ਗੁਰਮਤ ਦੇ ਪਾਂਧੀ ਹਨ। ਇਸਤਰੀ ਮਰਦ ਵੈਸੇ ਤਾਂ ਮਰਿਆਦਾ ਹੈ ਕਿ ਕੋਈ ਵੀ ਸਿੱਖ ਕਦੇ ਵੀ ਨੰਗੇ ਸਿਰ ਨਾ ਵਿਚਰੇ,
ਪਰ ਵਿਸ਼ੇਸ਼ ਤੌਰ ਤੇ ਸਿੱਖ ਰਹਿਤ ਮਰਿਆਦਾ ਵਿੱਚ ਸੰਗਤ ਵਿੱਚ ਵਿਰਾਜਣ ਦੀ ਇੱਕ ਮਰਿਆਦਾ ਨਿਸ਼ਚਿਤ ਕੀਤੀ ਗਈ ਹੈ। ਵੈਸੇ ਤਾਂ ਸਿੱਖ ਨੂੰ ਹੁਕਮ ਹੈ ਉਹਨੂੰ ਨੰਗੇ ਸਿਰ ਨਹੀਂ ਬੈਠਣਾ ਚਾਹੀਦਾ, ਕੇਸਾਂ ਨੂੰ ਸਤਿਕਾਰ ਲਈ ਢੱਕੇ ਰੱਖਣੇ ਚਾਹੀਦੇ ਹਨ। ਛੋਟੀ ਦਸਤਾਰ ਜਾਂ ਕੇਸਕੀ ਜਿਹਨੂੰ ਅਸੀਂ ਕਹਿ ਲੈਂਦੇ ਹਾਂ, ਜਾਂ ਹੋਰ ਕੋਈ ਕੱਪੜਾ, ਉਹ ਇਸਤੇਮਾਲ ਰੱਖਣਾ ਹੀ ਚਾਹੀਦਾ ਹੈ। ਨੰਗੇ ਸਿਰ ਘਰਾਂ ਵਿੱਚ ਵੀ ਸਾਨੂੰ ਬੈਠਣ ਦੀ ਆਦਤ ਨਹੀਂ ਪਾਣੀ ਚਾਹੀਦੀ। ਸਤਿਕਾਰ ਹੈ ਸਾਡੇ ਕੇਸਾਂ ਦਾ, ਅਸੀਂ ਜ਼ਰੂਰ ਕੇਸ, ਕਿਉਂ ਕੇਸ ਗੁਰੂ ਦੀ ਮੋਹਰ ਕਹਿੰਦੇ ਆ, ਉਹਦੇ ਸਤਿਕਾਰ ਦੇ ਲਈ ਸਾਨੂੰ ਇਹਦਾ ਖਿਆਲ ਰੱਖਣ ਦੀ ਲੋੜ ਹੈ। ਪਰ ਸਿੱਖ ਰਹਿਤ ਮਰਿਆਦਾ ਵਿੱਚ ਸੰਗਤ ਵਿੱਚ ਬਹਿਣ ਦੀ ਇੱਕ ਮਰਿਆਦਾ ਨਿਯਤ ਕਰ ਦਿੱਤੀ ਕਿ ਸੰਗਤ ਵਿੱਚ ਜਾਣ ਦੀ। ਇਸ ਲਈ ਸੰਗਤ ਵਿੱਚ ਸਿੱਖ ਬੀਬੀਆਂ ਦਾ ਪਰਦਾ ਕਰਨਾ ਜਾਂ ਘੁੰਡ ਕੱਢਣਾ ਗੁਰਮਤਿ ਵਿਰੁੱਧ ਕਰਾਰ ਦੇ ਦਿੱਤਾ ਗਿਆ। ਇਹ ਕਰਾਰ ਤਾਂ ਗੁਰੂ ਅਮਰਦਾਸ ਜੀ ਨੇ ਕਰ ਦਿੱਤਾ ਸੀ ਜਦੋਂ ਉਹਨਾਂ ਨੇ ਸਮਾਜ ਸੁਧਾਰ ਕੀਤਾ ਤੇ ਸਿੱਖ ਬੀਬੀਆਂ ਵਿੱਚੋਂ ਪਰਦਾ ਕਰਨ ਦੀ ਜਾਂ ਘੁੰਡ ਕੱਢਣ ਦੀ ਰੀਤ ਹੀ ਖਤਮ ਕਰ ਦਿੱਤੀ ਸੀ। ਪਰ ਫਿਰ ਵੀ ਹੁਣ ਤਾਂ ਬਹੁਤ ਘਟ ਗਿਆ, ਪਰ ਪਿਛਲੇ ਪਿੰਡਾਂ ਵਿੱਚ ਅਜੇ ਵੀ ਤੁਸੀਂ ਰਾਜਸਥਾਨ ਵਿੱਚ ਜਾਓਗੇ ਜਾਂ ਹੋਰ ਜਗ੍ਹਾ ਦੇਖੋਗੇ, ਅਜੇ ਵੀ ਉੱਥੇ ਘੁੰਡ ਕੱਢਣ ਦਾ ਰਿਵਾਜ ਹੈ। ਤੁਸੀਂ ਕਿਤੇ ਟੈਲੀਵਿਜ਼ਨ ਤੇ ਵੀ ਦੇਖੋਗੇ ਜਿਹੜੇ ਰਾਜਸਥਾਨੀ ਸੀਰੀਅਲ ਜਾਂ ਕੋਈ ਇਦਾਂ ਚੀਜ਼ਾਂ ਚੱਲਦੀਆਂ, ਉੱਥੇ ਘੁੰਡ ਕੱਢੇ ਹੁੰਦੇ ਨੇ ਬੀਬੀਆਂ ਨੇ। ਉਦਾਂ ਜਿਹੜੇ ਉਹਨਾਂ ਉਸ ਪਾਸੇ ਰਹਿਣ ਵਾਲੇ ਸਾਡੇ ਗੁਰੂ ਕੇ ਪਿਆਰੇ ਹੋਣਗੇ, ਉਹਨਾਂ ਨੂੰ ਸ਼ਾਇਦ ਉੱਥੋਂ ਦੇ ਰਸਮਾਂ ਰਿਵਾਜ ਦਾ ਅਸਰ ਹੋ ਜਾਏ। ਇਹ ਗੱਲ ਬੜੀ ਸਪਸ਼ਟ ਕਰਕੇ ਲਿਖ ਦਿੱਤੀ ਗਈ ਵੀ ਇਹ ਜਿਹੜਾ ਸੰਗਤ ਵਿੱਚ ਕੋਈ ਨਾ ਤਾਂ ਨੰਗੇ ਸਿਰ ਬਹਿਣਾ ਹੈ ਤੇ ਨਾ ਹੀ ਉਹਨਾਂ ਨੇ ਬੀਬੀਆਂ ਨੇ ਘੁੰਡ ਕੱਢ ਕੇ ਆਉਣਾ। ਇੱਕ ਗੱਲ ਹੋਰ ਵੀ ਜਿਹੜੀ ਪ੍ਰਿੰਸੀਪਲ ਗੰਗਾ ਸਿੰਘ ਜੀ ਨੇ ਇੱਕ ਵਾਰਤਾ ਅੰਕਿਤ ਕੀਤੀ ਹੈ ਵੀ ਕੁਝ ਕੁੜੀਆਂ ਬਾਜ਼ਾਰ ਗਈਆਂ। ਮੈਂ ਸਿਰਫ ਪ੍ਰਿੰਸੀਪਲ ਗੰਗਾ ਸਿੰਘ ਜੀ ਨੂੰ ਕੋਟ ਕਰ ਰਿਹਾ। ਲਲਾਰੀ ਕੋਲ ਰੰਗ ਬਰੰਗੀਆਂ ਚੁੰਨੀਆਂ ਵੇਖ ਕੇ ਕਹਿਣ ਲੱਗੀਆਂ, ਵੀਰਾ ਇਹ ਸਾਡੇ ਸਿਰ ਤੇ ਲਈਆਂ ਚੁੰਨੀਆਂ ਵੀ ਰੰਗ ਦੇ। ਤਾਂ ਲਲਾਰੀ ਨੇ ਅੱਗੇ ਜਵਾਬ ਦਿੱਤਾ, ਸਿਰ ਦਾ ਚੀਰ ਉਤਾਰ ਖਲੋਵਾਂ, ਥੀਵੀਂ ਨੰਗੀ ਵਿੱਚ ਬਾਜ਼ਾਰਾਂ, ਥੀਵਾਂ ਨੰਗੀ ਵਿੱਚ ਬਾਜ਼ਾਰਾਂ, ਸਹੁਰੇ ਪੇਕੇ ਮਿਲਣ ਢੋਈ ਤੇ ਹਾਸੀ ਕਰਨ ਗਵਾਰਾਂ। ਅੱਗੋਂ ਲਲਾਰੀ ਦਾ ਜਵਾਬ ਸੀ ਵੀ ਇਸ ਦਿਨ ਇਹ ਹੁਣ ਗੱਲ ਵਿਚਾਰਨ ਵਾਲੀ ਹੈ, ਇਸ ਕਰਕੇ ਰਹਿਤਨਾਮਿਆਂ ਵਿੱਚ ਵੀ ਨੰਗੇ ਸਿਰ ਭੋਜਨ ਨਾ ਕਰਨ ਦੀ ਬੇਨਤੀ ਕੀਤੀ ਗਈ ਹੈ, ਤਕੀਦ ਕੀਤੀ ਗਈ ਹੈ। ਤੇ ਇਸ ਕਰਕੇ ਇਸ ਗੱਲ ਨੂੰ ਅਸੀਂ ਇਹ ਸਮਝ ਲੈਣਾ ਚਾਹੀਦਾ ਹੈ ਵੀ ਸਾਡੀ ਜੇ ਰਹਿਤ ਮਰਿਆਦਾ ਦੀ ਇਹ ਮੱਦ ਜਿਹੜੀ ਹੈ, ਇਹ ਆਪਣੇ ਆਪ 'ਚ ਨਹੀਂ ਦਰਜ ਕੀਤੀ ਗਈ। ਇਹ ਰਹਿਤ ਮਰਿਆਦਾ ਦੀ ਮੱਦ ਜਿਹੜੀ ਰਹਿਤਨਾਮਿਆਂ ਤੋਂ ਸਿੱਧ ਸੇਧ ਲੈ ਕੇ ਹੀ ਕੀਤੀ ਗਈ ਹੈ। ਇੱਕ ਹੋਰ ਭਾਈ ਗੁਰਦਾਸ ਜੀ ਦੀ ਪੌੜੀ ਵੀ ਆਉਂਦੀ ਹੈ, ਮੈਂ ਉਹਦਾ ਵੀ ਜ਼ਿਕਰ ਆਪ ਜੀ ਨਾਲ ਕਰਦੇ ਹਾਂ। ਭਾਈ ਗੁਰਦਾਸ ਜੀ ਨੇ ਇੱਕ ਲੋਕ ਕਥਾ ਦਾ ਜ਼ਿਕਰ ਕੀਤਾ ਵੀ ਇੱਕ ਸੱਜਣ ਖੂਹ ਤੇ ਨਹਾਉਣ ਗਿਆ ਤੇ ਆਪਣੀ ਪੱਗ ਖੂਹ ਤੇ ਹੀ ਭੁੱਲ ਗਿਆ। ਜਦੋਂ ਉਸਦੇ ਘਰਦਿਆਂ ਨੇ ਉਹਨੂੰ ਨੰਗੇ ਸਿਰ ਤੇ ਵੇਖਿਆ ਤਾਂ ਉਹਨਾਂ ਨੇ ਪਿੱਠ ਸਿਆਪਾ ਸ਼ੁਰੂ ਕਰ ਦਿੱਤਾ। ਸਾਰੇ ਪਾਸੇ ਪਿੱਠ ਸਿਆਪਾ, ਲੋਕੀ ਇਕੱਠੇ ਹੋਣੇ ਸ਼ੁਰੂ ਹੋ ਗਏ, ਪਿੱਠ ਸਿਆਪਾ ਸ਼ੁਰੂ ਹੋ ਗਿਆ। ਤਾਂ ਉਹਨਾਂ ਪੁੱਛਿਆ ਵੀ ਹੋਇਆ ਕੀ ਹੈ, ਇੱਥੇ ਕੋਈ ਮਰ ਗਿਆ? ਉਹ ਕਹਿੰਦੇ ਨਹੀਂ, ਇਸ ਘਰ 'ਚ ਤਾਂ ਕੋਈ ਨਹੀਂ ਮਰਿਆ। ਉਹ ਕਹਿੰਦੇ ਫਿਰ ਤੂੰ ਰੋਣਾ ਕਿਉਂ ਸ਼ੁਰੂ ਕੀਤਾ? ਕਹਿੰਦੇ ਤੂੰ ਨੰਗੇ ਸਿਰ ਦੇਖਿਆ ਵੀ ਜਦੋਂ ਕੋਈ ਨੰਗਾ ਸਿਰ ਕਰਦਾ ਸੀ ਤਾਂ ਲੱਗਦਾ ਸੀ ਘਰ 'ਚ ਕੋਈ ਮਰ ਗਿਆ। ਉਸ ਵੇਲੇ ਭਾਈ ਗੁਰਦਾਸ ਜੀ ਨੇ ਪੌੜੀ ਨੰਬਰ 32 ਦੇ ਵਿੱਚ ਲਿਖਿਆ, ਠੰਡੇ ਖੂਹੋਂ ਨਹਾਇ ਕੇ ਪੱਗ ਵਿਸਾਰ ਆਇਆ ਸਿਰ ਨੰਗਾ, ਘਰ ਵਿੱਚ ਰੰਨਾ ਕਮਲੀਆਂ ਧੂਸੀ ਲੀਤੀ ਦੇਖ ਘੁਟੰਗੇ, ਰੰਨਾ ਦੇਖ ਪਟੰਦੀਆਂ ਢਾਹਾਂ ਮਾਰੇ ਹੋਏ ਨਿਸ਼ੰਗੇ, ਲੋਕ ਸੇ ਆਪੇ ਆਇਆ ਰੰਨਾ ਪੁਰਸ਼ ਜੁੜੇ ਲੈ ਪੰਗੇ, ਨਾਇਨ ਪੁੱਛਦੀ ਪਿੱਟਣੀਆਂ ਕਿਸ ਦੇ ਨਾ ਅਲਾਣੀ ਮੰਗੇ। ਉਹ ਜਿਹੜੀ ਕਿਰਾਏ ਤੇ ਸੱਦਦੀਆਂ ਸੀ ਨੈਣਾ ਨੂੰ, ਉਹ ਹੁਣ ਪੁੱਛਦੀ ਨਾਂ ਤਾਂ ਦੱਸੋ ਜਿਹੜਾ ਮਰ ਗਿਆ, ਉਹਦੇ ਨਾਂ ਦਾ ਮੈਂ ਸਿਆਪਾ ਕਰਾਂ ਜਾਂ ਲਾਣੀ ਉਹਦੇ ਨਾਂ ਦੀ ਪੜਾ, ਉਹਦਾ ਨਾਂ ਤਾਂ ਦੱਸੋ ਵੀ ਕੌਣ ਮਰ ਗਿਆ। ਸਹੁਰੇ ਪੁੱਛੇ ਜਾਏ ਕਿ ਕੌਣ ਮੂਆ, ਨੂੰ ਉੱਤਰ ਮੰਗੇ। ਸਹੁਰੇ ਨੂੰ ਪੁੱਛਿਆ ਵੀ ਦੱਸ ਵੀ ਕੌਣ ਮਰ ਕੋ, ਸਹੁਰੇ ਨੇ ਪੁੱਛਿਆ ਵੀ ਦੱਸ ਮਰ ਕੌਣ ਗਿਆ। ਅਸਲ ਵਿੱਚ ਭਾਈ ਗੁਰਦਾਸ ਜੀ ਕਹਿੰਦੇ ਕਾਵਾਂ ਰੋਲਾ ਮੂਰਖ ਸੰਗੇ, ਇਹਦਾ ਕਾਵਾਂ ਰੋਲਾ ਸੀ ਜਿਹੜਾ ਕਿ ਨੰਗੇ ਸਿਰ ਦੇ ਕੇ ਏਡਾ ਪਿੱਟ ਸਿਆਪਾ ਜਿਹੜਾ ਸੀ ਸ਼ੁਰੂ ਹੋ ਗਿਆ। ਇਹਦਾ ਮਤਲਬ ਕੀ ਹੈ ਵੀ ਇਤਿਹਾਸਿਕ ਪੱਖ ਤੋਂ ਵੀ ਇਹ ਗੱਲ ਮਿਲਦੀ ਹੈ ਵੀ ਇਸ ਨੰਗੇ ਹੋਣ ਨੂੰ ਇੰਨਾ ਮਾੜਾ ਸਮਝਿਆ ਜਾਂਦਾ ਸੀ, ਨੰਗੇ ਸਿਰ ਹੋਣ ਨੂੰ ਇੰਨਾ ਮਾੜਾ ਜਿਹੜਾ ਹੈ ਉਹ ਸਮਝਿਆ ਜਾਂਦਾ ਸੀ। ਤਾਂ ਮੈਂ ਸਿਰਫ ਇੱਥੇ ਬੇਨਤੀ ਕਰ ਸਕਦਾ ਵੀ ਸਾਨੂੰ ਗੁਰੂ ਕੇ ਪਿਆਰ ਵਾਲਿਆਂ ਨੂੰ ਆਪਣੇ ਸਿਰ ਜਿਹੜੇ ਕੇਸ ਹੈ ਸੰਭਾਲ ਕੇ ਹੀ ਰੱਖਣੇ ਚਾਹੀਦੇ ਹਨ, ਔਰ ਨੰਗੇ ਸਿਰ ਘਰਾਂ ਵਿੱਚ ਫਿਰਨ ਦਾ ਜਿਹੜਾ ਹੈ ਉਹ ਆਦਤ ਨੂੰ ਖਤਮ ਕਰ ਦੇਣਾ ਚਾਹੀਦਾ ਹੈ। ਤਾਂ ਲਿਖਿਆ ਫਿਰ ਪੜ੍ਹਦੇ ਹਾਂ, ਸੰਗਤ ਵਿੱਚ ਜਾਂ ਸਤਿਗੁਰਾਂ ਦੇ ਪ੍ਰਕਾਸ਼ ਸਮੇਂ ਕਿਸ ਸਿੱਖ ਨੂੰ ਨੰਗੇ ਸਿਰ ਨਹੀਂ ਬੈਠਣਾ ਚਾਹੀਦਾ। ਸੰਗਤ ਵਿੱਚ ਸਿੱਖ ਇਸਤਰੀਆਂ ਲਈ ਪਰਦਾ ਕਰਨਾ ਜਾਂ ਘੁੰਡ ਕੱਢਣਾ ਗੁਰਮਤਿ ਵਿਰੋਧੀ ਹੈ। ਅੱਗੇ ਤਖਤਾਂ ਦੀ ਗੱਲ, ਤਖਤ 5 ਹਨ। ਸ਼੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ, ਤਖਤ ਸ਼੍ਰੀ ਪਟਨਾ ਸਾਹਿਬ,
ਤਖਤ ਸ੍ਰੀ ਕੇਸਗੜ੍ਹ ਸਾਹਿਬ ਆਨੰਦਪੁਰ, ਤਖਤ ਸ੍ਰੀ ਹਜ਼ੂਰ ਸਾਹਿਬ ਨੰਦੇੜ, ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ। ਇੱਥੇ ਇੱਕ ਬੜੀ ਅਗਲੀ ਮੱਦ ਬੜੀ ਕਮਾਲ ਦੀ ਹੈ। ਤਖਤਾਂ ਦੇ ਖਾਸ ਸਥਾਨਾਂ ਉੱਤੇ ਕੇਵਲ ਰਹਿਤਵਾਨ ਅੰਮ੍ਰਿਤਧਾਰੀ ਸਿੱਖ ਜਾਂ ਸਿੰਘਣੀ ਹੀ ਚੜ੍ਹ ਸਕਦੇ ਹਨ। ਕੋਈ ਖਾਸ ਸਥਾਨਾਂ ਦੇ ਉੱਤੇ ਤਖਤਾਂ ਉੱਤੇ ਪਤਤ ਅਤੇ ਤਨਖਾਹੀਏ ਸਿੱਖ ਤੋਂ ਬਿਨਾਂ ਹਰ ਇੱਕ ਪ੍ਰਾਣੀ ਮਾਤਰ ਸਿੱਖ ਗੈਰ ਸਿੱਖ ਦੀ ਅਰਦਾਸ ਹੋ ਸਕਦੀ ਹੈ। ਇਹ ਮੱਦ ਵੀ ਬੜੀ ਮਹਿਣੇ ਰੱਖਦੀ ਹੈ। ਜਿਹੜਾ ਸਿੱਖੀ ਤੋਂ ਪਤਤ ਹੋ ਗਿਆ, ਜੇ ਸਿੱਖ ਹੋ ਕੇ ਜਿਹਨੇ ਕੁਰੈਤ ਕਰ ਲਈਆਂ, ਜਾਂ ਤਨਖਾਹੀਆ ਹੋ ਗਿਆ ਜਿਹਦੇ ਚ ਛੋਟੀ ਮੋਟੀ ਭੁੱਲ ਹੋ ਗਈ, ਉਹਦੀ ਅਰਦਾਸ ਤਖਤ ਸਾਹਿਬਾਨ ਤੇ ਨਹੀਂ ਹੋ ਸਕਦੀ ਜਦ ਤੱਕ ਉਹ ਤਨਖਾਹ ਲਵਾ ਕੇ ਜਾਂ ਪੰਜਾਂ ਅੱਗੇ ਪੇਸ਼ ਹੋ ਕੇ ਦੁਬਾਰਾ ਆਪਣੀ ਭੁੱਲ ਨਹੀਂ ਬਖਸ਼ਾ ਲੈਂਦਾ, ਉਹਦੀ ਦੇਰ ਤੱਕ ਉਹ ਸਿੱਖੀ ਵਿੱਚ ਸ਼ਾਮਲ ਨਹੀਂ ਕੀਤਾ ਜਾ ਸਕਦਾ। ਤੇ ਇੱਥੇ ਗੈਰ ਸਿੱਖ ਦੀ ਅਰਦਾਸ ਵੀ ਹੋ ਸਕਦੀ ਹੈ, ਸਿੱਖ ਦੀ ਅਰਦਾਸ ਵੀ ਹੋ ਸਕਦੀ ਹੈ, ਪਰ ਜਿਹੜਾ ਪਤਤ ਹੋ ਗਿਆ ਜਾਂ ਤਨਖਾਹੀਆ ਹੋ ਗਿਆ, ਉਹਦੀ ਅਰਦਾਸ ਤਖਤਾਂ ਦੇ ਉੱਤੇ ਨਹੀਂ ਹੋ ਸਕਦੀ। ਹਰ ਇੱਕ ਗੁਰਦੁਆਰੇ ਵਿੱਚ ਨਿਸ਼ਾਨ ਸਾਹਿਬ ਕਿਸੇ ਉੱਚੀ ਥਾਂ ਤੇ ਲੱਗਾ ਹੋਵੇ। ਨਿਸ਼ਾਨ ਸਾਹਿਬ ਦੇ ਪੁਸ਼ਾਕੇ ਦਾ ਰੰਗ ਬਸੰਤੀ ਜਾਂ ਸਰਮਈ ਹੋਵੇ। ਨਿਸ਼ਾਨ ਸਾਹਿਬ ਦੇ ਸਿਰ ਉੱਤੇ ਸਰਬਲੋ ਦਾ ਭਾਲਾ ਜਾਂ ਖੰਡਾ। ਇੱਥੇ ਮੈਂ ਜ਼ਰੂਰ ਇੱਕ ਬੇਨਤੀ ਆਪ ਜੀ ਨਾਲ ਜ਼ਰੂਰ ਕਰਨੀ ਹੈ। ਪੁਸ਼ਾਕੇ ਦੇ ਰੰਗ ਬਾਰੇ ਅੱਜ ਅਸੀਂ ਦਰਬਾਰ ਹਰ ਚੀਜ਼ ਦਾ ਰੰਗ ਭਗਵਾਕਰਨ ਕਰ ਦਿੱਤਾ ਹੈ। ਇੱਥੇ ਬਸੰਤੀ ਰੰਗ ਜਿਹੜਾ ਹੈ ਉਹ ਸਾਡਾ ਭਗਵਾ ਰੰਗ ਨਹੀਂ ਹੈ। ਬਸੰਤੀ ਰੰਗ ਹਲਕਾ ਪੀਲੇ ਰੰਗ ਦਾ ਜਿਹੜਾ ਬਸੰਤੀ ਰੰਗ ਹੁੰਦਾ, ਉਹ ਤੇ ਇਹ ਜਿਹੜਾ ਰੰਗ ਅਸੀਂ ਅੱਜ ਕੱਲ੍ਹ ਨਿਸ਼ਾਨ ਸਾਹਿਬ ਦੇ ਚੋਲਾ ਚੜ੍ਹਦੇ ਹਾਂ, ਬਹੁਤ ਜ਼ਿਆਦਾ ਫਰਕ ਹੈ। ਜਿਹੜੇ ਸਿਰੋਂ ਪਾਓ ਅੱਜ ਅਸੀਂ ਗਲਾਂ 'ਚ ਪਾ ਦਿੰਦੇ ਹਾਂ, ਇਹ ਸਾਰੇ ਭਗਵੇ ਹਨ। ਭਗਵਾਕਰਨ ਹੋ ਚੁੱਕਾ ਹੈ ਸਾਡੇ ਸਿੱਖੀ ਦਾ। ਕੋਸ਼ਿਸ਼ ਕਰਨੀ ਚਾਹੀਦੀ ਹੈ ਜਿੱਥੇ ਸਾਡਾ ਹੱਥ ਵੱਸ ਚੱਲਦਾ ਹੈ, ਉਹ ਗੁਰਦੁਆਰਾ ਪ੍ਰਬੰਧਕ ਸੱਜਣਾ ਨੂੰ ਇਹ ਬੇਨਤੀ ਕੀਤੀ ਜਾਵੇ ਵੀ ਪੁਸ਼ਾਕੇ ਦਾ ਰੰਗ ਜਾਂ ਤਾਂ ਸੁਰਮਈ ਤੇ ਜਾਂ ਬਸੰਤੀ। ਸੁਰਮਈ ਜਿਹੜਾ ਨੀਲਾ ਰੰਗ ਹੁੰਦਾ ਹੈ, ਗੂੜਾ ਨੀਲਾ ਰੰਗ ਜਿਹਨੂੰ ਅਸੀਂ ਕਹਿੰਦੇ ਹਾਂ, ਉਹਨੂੰ ਸੁਰਮਈ ਰੰਗ ਕਹਿੰਦੇ। ਜਿਹੜੇ ਨਿਹੰਗ ਸਿੰਘਾਂ ਦੇ ਆਮ ਤੌਰ ਤੇ ਤੁਸੀਂ ਦੇਖਿਆ ਹੋਵੇਗਾ ਬਾਣੇ ਪਾਉਂਦੇ ਆ, ਉਹਨੂੰ ਸੁਰਮਈ ਰੰਗ ਅਸੀਂ ਕਹਿੰਦੇ ਹਾਂ। ਸੁਰਮਈ ਰੰਗ ਦਾ ਬਾਣਾ ਪਾਉਂਦੇ ਆ। ਇੱਥੇ ਸਾਨੂੰ ਖਾਸ ਕਰਕੇ ਆਪਣੇ ਨਿਆਰੇਪਨ ਨੂੰ ਕਾਇਮ ਰੱਖਣ ਦੀ ਲੋੜ ਹੈ। ਮੇਰੀ ਬੇਨਤੀ ਹੈ ਵੀ ਜਿੱਥੇ ਵੀ ਸਾਡਾ ਕੋਈ ਬੱਸ ਚੱਲੇ, ਕਮ ਸੇ ਕਮ ਇੱਥੋਂ ਲੱਗਦਾ ਵੀ ਫਰਕ ਹੀ ਪੈਂਦਾ। ਆਮ ਤੌਰ ਤੇ ਸਵਾਲ ਕਰਦੇ ਕੀ ਫਰਕ ਪੈਂਦਾ, ਕੁਛ ਵੀ ਨਹੀਂ ਫਰਕ ਪੈਂਦਾ। ਤੁਹਾਡਾ ਨਿਆਰਾਪਨ ਖਤਮ ਹੋ ਗਿਆ। ਜੋ ਨਿਆਰਾਪਨ ਗੁਰੂ ਸਾਹਿਬ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਸੀ, ਉਹ ਸਾਡਾ ਜਜ਼ਬ ਹੋ ਗਿਆ ਦੂਜਿਆਂ ਦੇ ਵਿੱਚ। ਉਹਨਾਂ ਨੇ ਆਪਣੀ ਸਾਨੂੰ ਕਦੀ ਉਹਨਾਂ ਦੇ ਆਪਣੀ ਥਾਂ ਦੇ ਉੱਤੇ ਸੁਰਮਈ ਜਾਂ ਕੇਸਰੀ ਰੰਗ ਦਾ ਨਹੀਂ ਚੜਾਉਣਗੇ, ਪਰ ਅਸੀਂ ਦੇਖਾ ਦੇਖੀ ਕਰਦੇ ਕਰਾਉਂਦਿਆਂ ਨੇ ਸਾਰਾ ਕੁਝ ਹੀ ਭਗਵਾਕਰਨ ਕਰਕੇ ਇੱਥੋਂ ਤੱਕ ਕਿ ਦਰਬਾਰ ਸਾਹਿਬ ਦੇ ਜੋ ਲੱਗੇ ਹੋਏ ਨਿਸ਼ਾਨ ਸਾਹਿਬ ਹਨ ਮੇਰੀ ਪੀਰੀ ਦੇ, ਉੱਥੇ ਵੀ ਅਸੀਂ ਉਹੀ ਭਗਵਾਕਰਨ ਉਸ ਰੰਗ ਦਾ ਜਿਹੜਾ ਕਰ ਦਿੱਤਾ, ਕਿਉਂਕਿ ਉੱਥੇ ਜਿਨ੍ਹਾਂ ਕੋਲ ਕੱਪੜੇ ਹੋਣੇ ਉਹਨਾਂ ਨੂੰ ਠੀਕ ਹੀ ਉਸ ਰੰਗ ਦੇ ਦਿੱਤੇ ਗਏ, ਜਿਹੜੇ ਰੰਗ ਦੇ ਉਹ ਪੁਸ਼ਾਕ ਜਿਹੜੇ ਹਨ ਉੱਥੇ ਚਾੜਨ। ਤਾਂ ਮੇਰੀ ਬੇਨਤੀ ਹੱਥ ਜੋੜ ਕੇ ਆਪਣੀ ਨਿੱਜੀ ਬੇਨਤੀ ਕਰ ਰਿਹਾ ਵੀ ਆਪਣੇ ਨਿਆਰੇਪਨ ਨੂੰ ਕਾਇਮ ਰੱਖਣ ਦੇ ਲਈ ਸਾਨੂੰ ਇਸ ਮੱਧ ਨੂੰ ਬਸੰਤੀ ਜਾਂ ਸੁਰਮਈ ਦੇ ਰੰਗ ਦੇ ਹੀ ਪੁਸ਼ਾਕੇ ਨਿਸ਼ਾਨ ਸਾਹਿਬ ਦੇ ਚੋਲੇ ਨੂੰ ਬਣਾਉਣਾ ਚਾਹੀਦਾ ਹੈ। ਤੇ ਨਿਸ਼ਾਨ ਸਾਹਿਬ ਦੇ ਸਿਰ ਜਾਂ ਸਰੂਪਾਓ ਵੀ ਸਾਨੂੰ ਇਹਨਾਂ ਰੰਗਾਂ ਦੇ ਹੀ ਵਰਤਣੇ ਚਾਹੀਦੇ ਹਨ, ਤਾਂ ਕਿ ਸਾਡੀ ਅਡਰੀ ਹਸਤੀ, ਅਡਰੀ ਹੋਂਦ ਜਿਹੜੀ ਹੈ ਉਹ ਕਾਇਮ ਰਹਿ ਸਕੇ। ਇੱਥੇ ਫਿਰ ਪੜ੍ਹਦੇ ਹਾਂ ਜੀ, ਹਰ ਇੱਕ ਗੁਰਦੁਆਰੇ ਵਿੱਚ ਨਿਸ਼ਾਨ ਸਾਹਿਬ ਕਿਸੇ ਉੱਚੀ ਥਾਂ ਤੇ ਲੱਗਾ ਹੋਵੇ। ਉੱਚੀ ਥਾਂ ਤੇ ਲੱਗਾ ਹੁੰਦਾ ਮਤਲਬ ਦੂਰੋਂ ਦਿਸ ਪਵੇ। ਨਿਸ਼ਾਨ ਸਾਹਿਬ ਦੇ ਪੁਸ਼ਾਕੇ ਦਾ ਰੰਗ ਬਸੰਤੀ ਜਾਂ ਸੁਰਮਈ ਹੋਵੇ ਅਤੇ ਨਿਸ਼ਾਨ ਸਾਹਿਬ ਦੇ ਸਿਰ ਉੱਤੇ ਸਰਬਲੋ ਦਾ ਭਾਲਾ ਜਾਂ ਖੰਡਾ ਹੋਵੇ। ਅੱਗੇ ਗੁਰਦੁਆਰੇ ਵਿੱਚ ਨਗਾਰਾ ਹੋਵੇ ਜੋ ਸਮੇਂ ਸਿਰ ਵਜਾਇਆ ਜਾਏ। ਇਹ ਸਾਡੇ ਚੋਂ ਅਲੋਪ ਹੀ ਹੋ ਗਿਆ ਅੱਜ। ਬਹੁਤ ਆਤ ਗੁਰਦੁਆਰੇ ਤਾਂ ਅਜਿਹੇ ਹਨ ਜਿੱਥੇ ਨਗਾਰਾ ਪਤਾ ਹੀ ਨਹੀਂ, ਸਾਡੇ ਬੱਚਿਆਂ ਨੂੰ ਵੀ ਨਹੀਂ ਪਤਾ ਨਗਾਰਾ ਹੁੰਦਾ ਕੀ ਚੀਜ਼ ਹੈ। ਵੀ ਨਗਾਰਾ ਕਹਿੰਦੇ ਕਿਹਨੂੰ? ਨਗਾਰਾ ਸਮੇਂ ਸਿਰ ਵਜਾਇਆ। ਅਰਦਾਸ ਦੇ ਵੇਲੇ ਜਦੋਂ ਅਰਦਾਸ ਦੀ ਸਮਾਪਤੀ ਹੁੰਦੀ ਆ, ਨਗਾਰਾ ਵੱਜਦਾ ਸੀ। ਗੁਰੂ ਸਾਹਿਬ ਜੀ ਇੱਕ ਸਾਡੇ ਆਜ਼ਾਦੀ ਦੀ ਪ੍ਰਤੀਕ ਸੀ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੋਈ, ਕਲਗੀਆਂ ਵਾਲੇ ਪਾਤਸ਼ਾਹ ਜੀ ਨੇ ਉਦੋਂ ਇਹ ਐਲਾਨ ਕੀਤਾ ਸੀ, ਸੀਸਗੰਜ ਗੁਰਦੁਆਰਾ ਜੋ ਅਨੰਦਪੁਰ ਸਾਹਿਬ ਹੈ ਉਹਦੇ ਸਾਹਮਣੇ ਬੁੰਗਾ ਸਾਹਿਬ ਗੁਰਦੁਆਰਾ ਹੈ, ਤੇ ਬੁੰਗਾ ਸਾਹਿਬ 'ਚ ਖੜੇ ਹੋ ਕੇ ਜਦੋਂ ਸੀਸਗੰਜ ਸੰਸਕਾਰ ਕੀਤਾ ਆਪਣੇ ਬਾਪ ਦਾ, ਆਪਣੇ ਪਿਤਾ ਦਾ, ਤਾਂ ਫਿਰ ਐਲਾਨ ਕੀਤਾ ਸੀ ਹਕੂਮਤ ਚਾਹੁੰਦੀ ਹੈ ਕਿਸੇ ਵੇਲੇ ਦੇ ਲੋਕ ਸਿਰ ਨਵਾ ਕੇ ਚੱਲਣ, ਪਰ ਮੇਰੇ ਸਿੱਖ ਸਿਰ ਉੱਚਾ ਕਰਕੇ ਚੱਲਣਗੇ। ਹਕੂਮਤ ਇਹ ਗੱਲ ਕਹਿੰਦੀ ਹੈ ਕਿ ਕੋਈ ਘਰ ਵਿੱਚ ਸਵਾਰੀ ਘੋੜ ਸਵਾਰੀ ਨਹੀਂ ਕਰ ਸਕਦਾ, ਪਰ ਮੇਰੇ ਸਿੱਖ ਘੋੜਿਆਂ ਦੇ ਸ਼ਾਹ ਸਵਾਰ ਬਣਨਗੇ।
हुकूमत ये कहती है कोई झंडा लैके तुर नहीं सकता, पर आनंदपुर की नगरी ते झंडे नगारे निशान झूलणगे। हुकूमत कहती है कोई ढोल नहीं बजा सकता, पर आनंदपुर की धरती के नगारे वजणगे। तो केवल थ्योरेटिकली गल्लां नहीं कीतियां, गुरु गोबिंद सिंह जी ने प्रैक्टिकल करके गल्लां दसियां। नगारे वजे, निशान झूले, अज भी झूलते हैं, झूलते रहणगे। नगारे वजदे आ, वजदे रहणगे। कहते ने जदों नगारे वजदे पहाड़ी राजियां दे दिल कंब जांदे। ये नगारे हम जिहड़ी सिੱਖੀ ਦੇ ਨਿਆਰੇਪਨ ਦੀ ਨਿਸ਼ਾਨੀ ਸੀ। तो ये गुरुद्वारे विच अज नगारा साडे बच्चों को भी नहीं पता नगारा कहंदे किहनूं है, ते नगारा होना चाहिए है जो समय सिर बजाया जाए। अगली मद है कीर्तन। संगत विच कीर्तन केवल सिख ही कर सकता है। सिख की परिभाषा पहला आ चुकी है, तो केवल सिख ही कर सकता है। कीर्तन गुरबाणी नूं रागां विच उचारण करन नूं कहंदे हन। संगत विच कीर्तन केवल गुरबाणी जां इसकी व्याख्या स्वरूप रचना भाई गुरदास जी जी ते भाई नंद लाल जी की बाणी का ही हो सकता है। शब्दां नूं जूटियां दी धारना जां राग नाल पढ़दिआं बाहर दियां मन घड़त ते वाधू तुकां ला के धारना लाउणी जां गाउणा अजोग है। शब्द दी तुक ही धारना बनाई जावे। आम तौर ते खास करके पिंडां दे विच उहदा रिवाज हुंदा सी। हुण तां इह रिवाज पिंडां चों भी आलमोस्ट मुक गया। ते मैनूं याद है, मैं क्योंकि छोटा पिंड विच मैं रहा ते पिंडां दा मेरा बचपन बीतिया। ਤੇ ਉਹਦੇ ਵਿੱਚ ਜਦੋਂ ਅਸੀਂ ਗੁਰਦੁਆਰੇ ਜਾਂਦੇ ਸੀ ਤਾਂ ਸਾਡੇ ਜਿਹੜੇ ਬਜ਼ੁਰਗ ਸਨ ਧਾਰਨਾ ਲਾ ਕੇ ਪੜ੍ਹਦੇ ਸੀ। ਚਮਟਾ ਵਜਾਉਂਦੇ ਸੀ, ਚਮਟਾ ਜ਼ਿਆਦਾ ਚਮਟਾ ਵਜਾਉਂਦੇ ਹੁੰਦੇ ਸੀ ਏਦਾਂ, ਤੇ ਚਮਟਾ ਵਜਾਉਂਦੇ ਸੀ ਤੇ ਨਾਲ ਢੋਲਕੀ ਵੱਜਦੀ ਸੀ। ਤੇ ਉਹਦੇ ਵਿੱਚ ਉਹਨਾਂ ਨੇ ਕੱਚੀਆਂ ਧਾਰਨਾ ਨਾਲ ਲੱਗਦੀਆਂ ਸਨ, ਲਾਉਂਦੇ ਹੀ ਹੁੰਦੇ ਸੀ। ਉੱਡ ਕੇ ਮੈਂ ਗੁਰਾਂ ਨੂੰ ਮਿਲਾਂ, ਖੰਭ ਏਦਾਂ ਏਦਾਂ, ਮੈਨੂੰ ਕੋਈ ਯਾਦ ਪੂਰਾ ਨਹੀਂ ਆ ਰਿਹਾ। ਉੱਡ ਕੇ ਮੈਂ ਗੁਰਾਂ ਨੂੰ ਮਿਲਾਂ ਸੰਗਤੇ, ਤੇ ਉਹਦੇ ਚ ਕੀ ਸੀ ਅੱਗੋਂ ਫਿਰ ਸ਼ਬਦ ਲਾ ਦੇਣਾ ਨਾਲ ਗੁਰਬਾਣੀ ਦਾ। ਇਹ ਧਾਰਨਾ ਲਾ ਕੇ ਫਿਰ ਅੱਜ ਕੱਲ੍ਹ ਪ੍ਰਭਾਤ ਫੇਰੀਆਂ ਦੇ ਉੱਤੇ ਵੀ ਫਿਰ ਧਾਰਨਾ ਲੱਗਣੀਆਂ ਸ਼ੁਰੂ ਹੋ ਗਈ। ਜਿਹੜੀਆਂ ਪ੍ਰਭਾਤ ਫੇਰੀਆਂ ਨਿਕਲਦੀਆਂ ਸਨ ਸਵੇਰ ਦੀਆਂ, ਹੈ ਤਾਂ ਗੁਰਬਾਣੀ ਦੇ ਪ੍ਰਚਾਰ ਪ੍ਰਸਾਰ ਲਈ ਸੀ, ਉਹਦੇ ਚ ਵੀ ਬਾਹਰ ਦੀਆਂ ਇਸ ਤਰ੍ਹਾਂ ਮਨੁਕਲਪਤ ਧਾਰਨਾ ਲੱਗੀਆਂ। ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਤੋਂ ਪਹਿਲਾਂ ਜਿਹੜੀਆਂ ਨਿਕਲਦੀਆਂ ਸਨ, ਉੱਥੇ ਜੇ ਮਿਲਣਾ ਕਲਗੀਆਂ ਵਾਲੇ ਨੂੰ, ਜੇ ਮਿਲਣਾ ਦੂਜਾ ਵਾਲੇ ਬਾਜਾਂ ਵਾਲੇ ਨੂੰ, ਇਸ ਤਰ੍ਹਾਂ ਦੀਆਂ ਧਾਰਨਾ ਇਸ ਤਰ੍ਹਾਂ ਲੱਗਦੀਆਂ ਸਨ। ਪਰ ਇੱਥੇ ਸ਼ਬਦ ਨੂੰ ਜੋਟੀਆਂ ਦੀ ਧਾਰਨਾ ਜਾਂ ਰਾਗ ਨਾਲ ਪੜ੍ਹਦਿਆਂ ਬਾਹਰ ਦੀਆਂ ਮਨ ਘੜਤ ਤੇ ਵਾਧੂ ਤੁਕਾਂ ਲਾ ਕੇ ਧਾਰਨਾ ਲਾਉਣੀ ਜਾਂ ਗਾਉਣਾ ਅਯੋਗ ਹੈ। ਸ਼ਬਦ ਦੀ ਤੁਕ ਹੀ ਧਾਰਨਾ ਬਣਾਈ। ਇੱਥੇ ਸਾਨੂੰ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ। ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀਆਂ ਬਹਾਰ। ਇਹ ਗੱਲ ਦੀ ਪੁਸ਼ਟੀ ਜਿਹੜੀ ਗੁਰੂ ਅਮਰਦਾਸ ਜੀ ਨੇ ਕੀਤੀ ਹੈ, ਉਹਦੀ ਪੁਸ਼ਟੀ ਜਿਹੜੀ ਹੈ ਸਤਿਗੁਰੂ ਜੀ ਨੇ, ਗੁਰੂ ਪੰਥ ਨੇ ਇਹਨਾਂ ਮੱਦਾਂ ਦੇ ਵਿੱਚ ਕੀਤੀ ਹੈ। ਇਹ ਕੀਰਤਨ ਦਾ ਸਰਲੇਖ ਹੈ ਜਿਹੜਾ ਸਾਡੇ ਇਹਦੇ ਵਿੱਚ ਮਿਲਦਾ ਹੈ। तो कल तो ਅਸੀਂ ਅੱਗੇ ਅਗਲੇ ਹਫ਼ਤੇ ਤੋਂ ਅਸੀਂ ਹੁਕਮ ਲੈਣਾ ਦੀ ਮਰਿਆਦਾ ਜਿਹੜੀ ਹੈ ਉਹ ਸ਼ੁਰੂ ਕਰਾਂਗੇ, ਕਿਉਂਕਿ ਸਮਾਂ ਅੱਗੋਂ ਬਾਅਦ ਵਿੱਚ ਰੋਜ਼ ਹੀ ਵਧੀਕ ਹੋ ਜਾਂਦਾ। ਮੈਂ ਆਪਣੇ ਵਿਚਾਰਾਂ ਨੂੰ ਇੱਥੇ ਸੰਕੋਚ ਰਿਹਾ ਹਾਂ, ਤਦ ਕਿ ਜਿਹੜੇ ਕੋਈ ਸਵਾਲ ਜਵਾਬ ਜੋ ਹੋਣਗੇ ਤਾਂ ਉਹਨਾਂ ਨੂੰ ਸਮੇਂ ਸਿਰ ਅਸੀਂ ਕੰਪਲੀਟ ਕਰ ਸਕੀਏ। ਆਪ ਪਾਸੋਂ ਖਿਮਾ ਮੰਗ ਰਿਹਾ ਹਾਂ। ਪਿਆਰ ਸਹਿਤ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।